ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰਮ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਵਾਹਿਗੁਰੂ ਸ਼੍ਰੀ ਗੁਰ ਹਰਗੋਬਿੰਦ ਜੀ ਖੇਲਤ ਲਰਕਨ ਸੰਗ ਆਜਰ ਬਿਹਾਰਤ ਦੌਰ ਤੇ ਦੇਖਤ ਜਨਨੀ ਗੰਗ ਸ਼੍ਰੀ ਗੁਰ ਹਰਗੋਬਿੰਦ ਜੀ ਖੇਲਤ ਲਰਕਨ ਸੰਗ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਜੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠੇ ਹੋਏ ਹੋ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ ਆਪਣੀ ਜ਼ਿੰਦਗੀ ਦਾ ਸਮਾਂ ਸਫਲਾ ਕਰ ਰਹੇ ਹੋ ਤੁਹਾਡੇ ਪੁੰਨਾਂ ਵਿੱਚ ਵਾਧਾ ਹੋ ਰਿਹਾ ਹੈ। ਗੁਰੂ ਸਾਹਿਬ ਜੀ ਨੇ ਸਾਡੇ 'ਤੇ ਕਿਰਪਾ ਕੀਤੀ ਹੈ। ਕੁਝ ਸਮਾਂ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਆਪਾਂ ਸਰਵਣ ਕਰਨੀ ਹੈ।
ਪਿਆਰ ਦੇ ਨਾਲ ਸੰਗਤਾਂ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਪਰਮੇਸ਼ਰ ਹਨ, ਆਪ ਵਾਹਿਗੁਰੂ ਜੀ ਹਨ। ਹਜੂਰ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਤੁਰ ਰਹੇ ਹਨ। ਇੱਕ ਬ੍ਰਾਹਮਣ ਨੇ ਗੁਰੂ ਸਾਹਿਬ ਜੀ ਨੂੰ ਵੇਖ ਕੇ ਸ਼ੰਕਾ ਮਨ ਵਿੱਚ ਪੈਦਾ ਕੀਤੀ, ਕ੍ਰੋਧ ਮਨ ਵਿੱਚ ਆਇਆ ਵੀ ਮਹਾਰਾਜ ਨੇ ਮੈਨੂੰ ਨਹੀਂ ਮੱਥਾ ਟੇਕਿਆ, ਸਾਲਗ੍ਰਾਮ ਨੂੰ ਮੱਥਾ ਨਹੀਂ ਟੇਕਿਆ। ਮਹਾਰਾਜ ਗਰੀਬ ਨਵਾਜ ਜਾਣੀ ਜਾਣ ਉਹਦੇ ਮਨ ਦੀ ਗੱਲ ਜਾਣ ਕੇ ਉਹਦੇ ਕੋਲ ਆਏ, ਉਹਨੂੰ ਸ਼ੁਭ ਮੱਤ ਦਿੱਤੀ ਜੀ। ਦੱਸਿਆ, ਤੁਸੀਂ ਸ਼ਬਦਾਂ ਦੀ ਵਿਆਖਿਆ ਵੀ ਸੁਣੀ। ਮਹਾਰਾਜ ਗਰੀਬ ਨਵਾਜ ਜੀ ਨੇ ਦੱਸਿਆ, ਬ੍ਰਾਹਮਣ ਜੀ ਵਾਹਿਗੁਰੂ ਸਾਰਿਆਂ ਵਿੱਚ ਹੀ ਹੈਗਾ, ਇਕੱਲੇ ਸਾਲਗ੍ਰਾਮ ਵਿੱਚ ਨਹੀਂ ਹੈਗਾ। ਵਾਹਿਗੁਰੂ ਪਰਮੇਸ਼ਰ ਕਿੱਥੇ ਨਹੀਂ ਹੈ, ਇਹ ਮਹਾਰਾਜ ਨੇ ਸਿੱਖਿਆ ਦਿੱਤੀ ਜੀ। ਸੰਗਤ ਜੀ, ਜਿਹੜੇ ਇਸ ਰਸਤੇ ਤੇ ਚੱਲਣ ਵਾਲੇ ਨੇ ਨਾ, ਜਿਹੜੇ ਇਸ ਰਸਤੇ ਦੇ ਪਾਂਧੀ ਨੇ, ਜਿਗਿਆਸੂ ਨੇ, ਉਹਨਾਂ ਨੂੰ ਇਹ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਜੀ। ਦੂਜੇ ਬੰਦੇ ਜਿਹੜੇ ਆ ਉਹ ਕਹਿੰਦੇ ਲੜਾਈ ਝਗੜਾ ਸੁਣਾਈ ਚੱਲੋ, ਸਾਨੂੰ ਕੋਈ ਸਾਖੀ ਸੁਣਾਈ ਚੱਲੋ, ਸਾਨੂੰ ਇਹਨਾਂ ਗੱਲਾਂ 'ਚ ਆਨੰਦ ਹੈਗਾ ਕਹਿਣ ਲੱਗੇ। ਪਰ ਇਸ ਰਸਤੇ ਤੇ ਚੱਲਣ ਵਾਲੇ ਅਭਿਆਸੀ ਲੋਕ ਜਿਹੜੇ ਹਨ, ਉਹ ਇਹਨਾਂ ਗੱਲਾਂ ਨੂੰ ਸਮਝਦੇ ਹਨ ਜੀ। ਹਜੂਰ ਮਹਾਰਾਜ ਗਰੀਬ ਨਵਾਜ ਜੀ ਨੇ ਉਹਨੂੰ ਉਪਦੇਸ਼ ਦਿੱਤਾ ਜੀ। ਐਸੇ ਮਿੱਠੇ ਬੋਲ ਮਹਾਰਾਜ ਨੇ ਬੋਲੇ। ਮਹਾਰਾਜ ਬਾਣੀ 'ਚ ਲਿਖਦੇ ਨਾ, ਕੋਮਲ ਬਾਣੀ ਸਭ ਕੋ ਸੰਤੋਖ ਹੈ। ਮਿੱਠੇ ਬੋਲਾਂ ਦਾ ਸਾਰਿਆਂ ਉੱਤੇ ਅਸਰ ਹੋਏਗਾ ਜੀ। ਗੰਢ ਪ੍ਰੀਤੀ ਮਿੱਠੇ ਬੋਲ, ਐਸੇ ਮਿੱਠੇ ਬੋਲ ਮਹਾਰਾਜ ਨੇ ਬੋਲੇ। ਉਹ ਬ੍ਰਾਹਮਣ ਮਹਾਰਾਜ ਜੀ ਦੇ ਚਰਨਾਂ ਤੇ ਹੀ ਢਹਿ ਪਿਆ ਜੀ। ਕਹਿਣ ਲੱਗਾ, ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ, ਮੈਂ ਆਪ ਜੀ ਦੇ ਅੱਗੇ ਬੋਲ ਬੈਠਾ, ਮੈਨੂੰ ਆਪਣਾ ਸਿੱਖ ਬਣਾ ਲਓ। ਤੁਹਾਡੇ ਚਰਨਾਂ ਦਾ ਜਲ ਛਕ ਕੇ ਮੈਂ ਸਿੱਖ ਬਣਦਾ ਜੀ। ਮਹਾਰਾਜ ਜੀ ਦੇ ਚਰਨਾਂ ਦਾ ਉਹਨੇ ਜਲ ਛਕਿਆ, ਗੁਰੂ ਜੀ ਦੀ ਸਿੱਖੀ ਧਾਰਨ ਕੀਤੀ। ਗੁਰੂ ਜੀ ਨੇ ਉਹਨੂੰ ਨਿਹਾਲ ਕਰ ਦਿੱਤਾ ਜੀ, ਨਿਹਾਲ ਕਰ ਦਿੱਤਾ। ਮਹਾਰਾਜ ਕਹਿਣ ਲੱਗੇ, ਹੁਣ ਆਪ ਵੀ ਵਾਹਿਗੁਰੂ ਦਾ ਨਾਮ ਜਪੋ, ਦੂਜਿਆਂ ਨੂੰ ਵੀ ਵਾਹਿਗੁਰੂ ਜੀ ਦਾ ਨਾਮ ਜਪਾਓ। ਉਹਦੇ ਮਨ ਵਿੱਚ ਬੜੀ ਪੱਕੀ ਸ਼ਰਧਾ ਵੱਜੀ, ਬੜਾ ਪਿਆਰ ਵੱਜ ਗਿਆ। ਇਹ ਸੰਗਤ ਜੀ ਉਦੋਂ ਹੁੰਦਾ ਜਦੋਂ ਪੂਰਾ ਗੁਰੂ ਬੰਦੇ ਉੱਤੇ ਮਿਹਰ ਕਰ ਦਵੇ ਜੀ। ਮਹਾਰਾਜ ਕਹਿੰਦੇ ਨਾ, ਮਨ ਵਸ ਆਵੈ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਨਹੀਂ ਵਸ ਵਿੱਚ ਆਉਂਦਾ ਜੀ, ਮਨ ਨਹੀਂ ਚੁੱਪ ਹੁੰਦਾ, ਮਨ ਨਹੀਂ ਭਜਨ ਵਿੱਚ ਟਿਕਦਾ, ਮਨ ਬਿਲਕੁਲ ਟਿਕਣ ਵਾਸਤੇ ਤਿਆਰ ਨਹੀਂ ਹੈਗਾ ਜੀ। ਜਿਸ ਜੀਵ ਉੱਤੇ ਗੁਰੂ ਜੀ ਕਿਰਪਾ ਕਰ ਦਿੰਦੇ ਆ ਨਾ ਜੀ, ਉਹਦਾ ਮਨ ਵੀ ਟਿਕ ਜਾਂਦਾ, ਉਹਦੀ ਗੱਲ ਵੀ ਬਣ ਜਾਂਦੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਸਾਹਿਬ ਨੇ ਉਹਦੇ ਉੱਤੇ ਮਿਹਰ ਕੀਤੀ ਜੀ, ਉਹਦਾ ਮਨ ਭਜਨ ਵਿੱਚ ਟਿਕਾ ਦਿੱਤਾ ਮਹਾਰਾਜ ਨੇ। ਵਾਹਿਗੁਰੂ ਜੀ ਦੇ ਨਾਮ ਦੀ ਲਿਵ ਲੱਗ ਗਈ। ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਹੁਣ ਆਪ ਵੀ ਨਾਮ ਜਪੋ, ਦੂਜਿਆਂ ਨੂੰ ਵੀ ਜਪਾਓ। ਕਹਿਣ ਲੱਗੇ, ਤੁਹਾਡਾ ਤੇ ਭਲਾ ਹੋਇਆ ਹੀ ਹੈ ਨਾ, ਜਿਹੜਾ ਤੁਹਾਨੂੰ ਮਿਲੇਗਾ ਉਹਦਾ ਵੀ ਭਲਾ ਹੋ ਜਾਏਗਾ। ਮਹਾਰਾਜ ਕਹਿਣ ਲੱਗੇ, ਤੁਹਾਡੇ ਦਰਸ਼ਨ ਕਰਕੇ ਲੋਕ ਤਰਿਆ ਕਰਨਗੇ। ਮਹਾਰਾਜ ਕਹਿਣ ਲੱਗੇ, ਸੋ ਨੇ ਬੜੀ ਵੱਡੀ ਸਿੱਖਿਆ, ਮਤ, ਬਖਸ਼ਿਸ਼ ਗੁਰੂ ਸਾਹਿਬ ਜੀ ਦੇ ਕੋਲੋਂ ਹਾਸਲ ਕੀਤੀ। ਕੋਈ ਪਤਾ ਨਹੀਂ ਹੈ, ਬੰਦਾ ਕਈ ਵਾਰੀ ਤਰਕ ਕਰਨ ਵਾਸਤੇ ਆਉਂਦਾ, ਉਹਦੇ ਤੇ ਅੱਗੇ ਨਾਲੋਂ ਵੀ ਵੱਧ ਕਿਰਪਾ ਹੋ ਜਾਂਦੀ ਹੈ ਜੀ, ਮਿਹਰ ਹੋ ਜਾਂਦੀ, ਕਿਰਪਾ ਹੋ ਜਾਂਦੀ ਹੈ। ਸੋ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਬੜਿਆਂ ਦਾ ਹੀ ਭਲਾ ਕਰ ਰਹੇ ਹੈ, ਬੜਿਆਂ ਉੱਤੇ ਬਖਸ਼ਿਸ਼ ਕਿਰਪਾ ਕਰ ਰਹੇ ਹਨ ਜੀ। ਤੁਸੀਂ ਸੁਣਿਆ, ਅੰਮ੍ਰਿਤਸਰ ਦੇ ਵਪਾਰੀ ਲੋਕ, ਬਜ਼ੁਰਗ ਲੋਕ ਮਹਾਰਾਜ ਦੇ ਕੋਲ ਆਏ। ਮਹਾਰਾਜ ਸਾਡਾ ਵਪਾਰ ਨਹੀਂ ਚੱਲਦਾ। ਮਹਾਰਾਜ ਕਹਿਣ ਲੱਗੇ, ਸਵੇਰੇ ਸ਼ਾਮ ਦਰਬਾਰ ਸਾਹਿਬ ਹਾਜ਼ਰ ਹੋਇਆ ਕਰੋ, ਇੱਥੇ ਮਾਇਆ ਰੱਖ ਕੇ ਮੱਥਾ ਟੇਕਿਆ ਕਰੋ, ਕੰਮਕਾਰ ਚੱਲੇਗਾ ਨਹੀਂ, ਕੰਮਕਾਰ ਦੌੜੇਗਾ। ਕਹਿਣ ਲੱਗੇ, ਕੰਮਕਾਰ ਕਿਉਂ ਨਹੀਂ ਚੱਲੇਗਾ ਤੁਹਾਡਾ? ਕਹਿਣ ਲੱਗੇ, ਸ੍ਰੀ ਦਰਬਾਰ ਸਾਹਿਬ ਜੀ ਦੀ ਬੜੀ ਵੱਡੀ ਮਹਿਮਾ ਗਰੀਬ ਨਵਾਜ ਆਪਣੇ ਮੁਖ ਤੋਂ ਕਰਦੇ ਆ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਚਲੋ ਸੁਰਤੀਆਂ ਮਹਾਰਾਜ ਜੀ ਦੇ ਚਰਨਾਂ ਵਿੱਚ, ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਚੱਲੀਏ। ਕੋਈ ਰਸਨਾ ਵਾਂਝੀ ਨਾ ਰਹੇ,
ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਗੁਰ ਹਰਗੋਬਿੰਦ ਜੀ। ਸਾਧ ਸੰਗਤ ਜੀ, ਕਵੀ ਜੀ ਅੱਗੋਂ ਕਥਾ ਆਰੰਭ ਕਰਦੇ ਆ। ਕਹਿੰਦੇ ਆ, ਭਾਈ ਸਿੱਖੋ, 6ਵੇਂ ਪਾਤਸ਼ਾਹ ਬਾਲ ਰੂਪ ਵਿੱਚ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਹਾਂਜੀ। ਖੇਲਤ ਲਰਕਨ ਸੰਗ। ਤੇ ਕੀ ਕਰਦੇ ਆ? ਆਪਣੀ ਉਮਰ ਦੇ ਹਾਣੀਆਂ ਦੇ ਨਾਲ, ਲੜਕਿਆਂ ਦੇ ਨਾਲ ਖੇਡਦੇ ਆ ਮਹਾਰਾਜ ਸੱਚੇ ਪਾਤਸ਼ਾਹ। ਬਾਲ ਲੀਲਾ ਕਰਦੇ ਆ। ਹਾਂਜੀ। ਅਜਰ ਬਿਹਾਰਤ ਦੌਰ ਤੇ। ਕੀ ਕਰਦੇ ਆ? ਵਿਹੜੇ ਦੇ ਵਿੱਚ ਦੌੜਦੇ ਆ ਜੀ। ਜਿਵੇਂ ਬਾਲਕ ਖੇਡਦੇ ਆ, ਦੌੜਾਂ ਲਾਉਂਦੇ ਆ, ਇੱਕ ਦੂਜੇ ਤੋਂ ਅੱਗੇ ਲੰਘਦੇ ਆ। ਮਹਾਰਾਜ ਵਿਹੜੇ ਦੇ ਵਿੱਚ ਦੌੜਦੇ ਆ ਜੀ। ਹਾਂਜੀ। ਦੇਖਤ ਜਨਨੀ ਗੰਗ। ਤੇ ਮਾਤਾ ਗੰਗਾ ਜੀ ਨਾ ਮਹਾਰਾਜ ਜੀ ਨੂੰ ਖੇਡਦੇ ਆ ਆਪਣੇ ਨੇਤਰਾਂ ਨਾਲ ਦੇਖ ਕੇ ਬੜੇ ਖੁਸ਼ ਹੁੰਦੇ ਨੇ, ਬੜੇ ਪ੍ਰਸੰਨ ਹੁੰਦੇ ਨੇ। ਬਹੁਤ ਖੁਸ਼ੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੀ। ਇੰਜ ਲੱਗਦਾ ਹੈ ਜਿਵੇਂ ਮੈਨੂੰ ਸਭ ਕੁਝ ਹੀ ਮਿਲ ਗਿਆ ਹੋਵੇ ਜੀ। ਮਾਤਾ ਜੀ ਨੂੰ ਇੰਜ ਮਹਿਸੂਸ ਹੁੰਦਾ ਹੈ। ਹਾਂਜੀ। ਤੋਟਕ ਛੰਦ ਤਨ ਭੂਖਨ ਚਾਰ ਅਦੂਖਨ ਕੇ। ਸਰੀਰ ਦੇ ਉੱਤੇ ਬਹੁਤ ਸੋਹਣੇ ਗਹਿਣੇ ਪਾ ਕੇ ਰੱਖਦੇ ਮਾਤਾ ਜੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਉੱਤੇ ਗਹਿਣੇ ਪਾ ਕੇ ਰੱਖਦੇ ਆ ਜੀ। ਬਾਲ ਰੂਪ ਹੈ, ਗਹਿਣੇ ਪਾ ਕੇ ਬੜੇ ਸੋਹਣੇ ਲੱਗਦੇ 6ਵੇਂ ਪਾਤਸ਼ਾਹ। ਹਾਂਜੀ। ਪੇਖ ਨਾਸ਼ਕ ਬ੍ਰਿੰਦ ਕਲੂਖਨ ਕੇ। ਕਹਿੰਦੇ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਕੇ ਨਾ ਦੁੱਖ ਦੂਰ ਹੁੰਦੇ ਨੇ ਜੀ। ਮਨ ਨੂੰ ਸ਼ਾਂਤੀ ਪਹੁੰਚਦੀ ਹੈ, ਮਨ ਨੂੰ ਧੀਰਜ ਪਹੁੰਚਦਾ ਹੈ, ਟਿਕਾਓ ਪ੍ਰਾਪਤ ਹੁੰਦਾ ਹੈ। ਹਾਂਜੀ। ਸੁਖ ਦੇਤ ਮਹਾ ਸੁਖ ਦਾਸਨ ਕੋ। ਬੜਾ ਸੁੱਖ ਦਿੰਦੇ 6ਵੇਂ ਪਾਤਸ਼ਾਹ। ਦੌੜੇ ਭਾਵੇਂ ਦੌੜੇ ਫਿਰਦੇ ਬਾਲਕਾਂ ਵਾਂਗੂ ਖੇਡਾਂ ਕਰ ਰਹੇ ਆ, ਪਰ ਸਿੱਖਾਂ ਦੇ ਮਨ ਨੂੰ ਬੜੀ ਖੁਸ਼ੀ ਮਿਲਦੀ। ਪਿਆਰ ਵਾਲੇ ਵੇਖ ਵੇਖ ਖੁਸ਼ ਹੁੰਦੇ ਨੇ ਜੀ। ਹਾਂਜੀ। ਰਹਿ ਸੰਗ ਅਗਿਆਨ ਬਿਨਾਸ਼ਨ ਕੋ। ਤੇ ਬਹੁਤ ਸਾਰੇ ਬਾਲ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਾਗੇ ਲਾਗੇ ਹੀ ਰਹਿੰਦੇ ਨੇ ਜੀ। ਲਾਗੇ ਲਾਗੇ ਰਹਿੰਦੇ ਨੇ। ਬੜਾ ਪਿਆਰ। ਸੰਗਤ ਜੀ, ਆਮ ਹੀ ਇੱਕ ਕਹਾਵਤ ਹੈ, ਬੱਚੇ ਸੌਖੇ ਨਹੀਂ ਪਲਦੇ। ਕਹਿੰਦੇ ਬੱਚਿਆਂ ਨੂੰ ਪਾਲਣਾ ਕਹਿੰਦੇ ਬੜਾ ਔਖਾ ਹੁੰਦਾ ਜੀ। ਤੇ 6ਵੇਂ ਪਾਤਸ਼ਾਹ ਜੀ ਦਾ ਤੇ ਬਹੁਤਾ ਧਿਆਨ ਰੱਖਦੇ ਮਾਤਾ ਜੀ। ਬਹੁਤ ਵੱਡੀ ਕਿਰਪਾ ਹੈ, ਬੜੀ ਵੱਡੀ ਬਖਸ਼ਿਸ਼ ਹੈ ਜੀ। ਇਸੇ ਬਹਾਨੇ ਸਿੱਖਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ, ਮਾਤਾ ਜੀ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਦਰਸੰਤ ਭਲੇ ਪਰਸੰਤ ਪਗੰ। ਹਾਂ, ਭਲੇ ਦਰਸ਼ਨ ਕਰਦੇ ਨੇ ਸਾਰੇ ਜੀ। ਭਲੇ ਦਰਸ਼ਨ ਕਰਦੇ ਹੈ। ਮਹਾਰਾਜ ਚਰਨਾਂ ਦੇ ਨਾਲ ਵਿਹੜੇ 'ਚ ਦੌੜਦੇ ਆ ਜੀ। ਸਾਰੇ ਬੜੇ ਪਵਿੱਤਰ ਦਰਸ਼ਨ ਕਰਦੇ ਮਹਾਰਾਜ ਦੇ। ਹਰ ਖੰਤ ਹਿਰਦੇ ਹਰ ਪੰਥ ਲੱਗੇ। ਕਹਿਣ ਲੱਗੇ ਫਿਰ ਹਿਰਦੇ ਵਿੱਚ ਵੇਖ ਵੇਖ ਨਾ ਖੁਸ਼ ਹੁੰਦੇ ਨੇ ਜੀ। ਖੁਸ਼ ਹੁੰਦੇ ਨੇ। ਇਸ ਲੀਲਾ ਵਿੱਚ ਵੀ ਜਿਹੜੇ ਤੇ ਹਰਗੋਬਿੰਦ ਸਾਹਿਬ ਖੁਸ਼ ਹੋ ਜਾਂਦੇ ਆ ਨਾ, ਉਹ ਫਿਰ ਰੱਬ ਦੇ ਰਸਤੇ ਤੇ ਲੱਗ ਪੈਂਦਾ ਹੈ ਜੀ। ਉਹਨੂੰ ਸਿਮਰਨ ਦੀ ਦਾਤ ਦੇ ਦਿੰਦੇ, ਉਹਦੇ ਤੇ ਮਿਹਰ ਕਰ ਦਿੰਦੇ ਆ ਜੀ। ਵੇਖੋ ਖੇਡਦਿਆਂ ਖੇਡਦਿਆਂ ਕਿਰਪਾ ਕਰੀ ਜਾਂਦੇ ਜੀ। ਹਾਂਜੀ। ਫਲ ਦੇਖਣ ਕੋ ਵੱਡ ਪਾਵਤ ਹੈ। ਵਾਹ ਵਾਹ, ਆਖੋ ਵਾਹਿਗੁਰੂ ਵਾਹਿਗੁਰੂ। ਤਨ ਤੇ ਸੋਹਣੇ ਗਹਿਣੇ ਪਾਏ ਆ। ਵਿਹੜੇ ਵਿੱਚ ਆਪਣੇ ਸਾਥੀਆਂ ਦੇ ਨਾਲ ਦੌੜੇ ਫਿਰਦੇ ਆ, ਬਾਲ ਲੀਲਾ ਕਰ ਰਹੇ ਆ। ਕਵੀ ਜੀ ਲਿਖਦੇ ਆ, ਐਸੇ ਸਮੇਂ ਵੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਵੱਡਾ ਫਲ ਮਿਲਿਆ। ਕਹਿਣ ਲੱਗੇ ਉਹਨਾਂ ਨੂੰ ਛੋਟਾ ਫਲ ਨਹੀਂ, ਵੱਡਾ ਫਲ ਪ੍ਰਾਪਤ ਹੋਇਆ ਉਹਨਾਂ ਨੂੰ। ਤਜ ਬ੍ਰਿੰਦ ਵਿਕਾਰ ਸੁਹਾਵਤ ਹੈ। ਵਾਹ ਵਾਹ। ਕਹਿਣ ਲੱਗੇ ਉਹ ਵਿਅਕਤੀ ਵੀ ਵਿਕਾਰਾਂ ਤੋਂ ਆਜ਼ਾਦ ਹੋ ਗਏ ਜਿਨ੍ਹਾਂ ਨੇ ਮਹਾਰਾਜ ਦੇ ਇਸ ਰੂਪ ਦੇ ਦਰਸ਼ਨ ਕਰ ਲਏ। ਕਹਿਣ ਲੱਗੇ ਵਿਕਾਰਾਂ ਤੋਂ ਆਜ਼ਾਦ ਹੋ ਗਏ, ਕਾਮ ਕ੍ਰੋਧ ਤੋਂ ਖਹਿੜੇ ਛੁੱਟ ਗਏ ਜੀ ਉਹਨਾਂ ਦੇ ਜੀ। ਕੈਸੇ ਦਰਸ਼ਨ ਨੇ ਜੀ।
ਇਮ ਕੇਤਕ ਦਇਓਸ ਬਤੀਤ ਗਏ। ਮਹਾਰਾਜ ਸ੍ਰੀ ਗੁਰੂ ਅਰਜਨ ਸਾਹਿਬ ਬਾਹਰ ਸੰਗਤਾਂ ਨੂੰ ਦਰਸ਼ਨ ਦਿੰਦੇ ਆ, ਲੰਗਰ ਲੱਗਦੇ, ਕਥਾ ਹੁੰਦੀ, ਕੀਰਤਨ ਹੁੰਦਾ, ਸੁੱਖ ਆਨੰਦ ਵਰਤ ਰਿਹਾ। ਇਧਰ ਘਰ ਵਿੱਚ 6ਵੇਂ ਪਾਤਸ਼ਾਹ ਬਾਲ ਲੀਲਾ ਕਰ ਰਹੇ ਆ। ਇਸ ਤਰੀਕੇ ਨਾਲ ਕਈ ਦਿਨ ਬਤੀਤ ਹੋ ਗਏ ਜੀ। ਹਾਂਜੀ, ਬੜ ਡੀਲ ਸ਼ਰੀਰ ਸੁਹੋਤ ਪਏ। ਤੇ 6ਵੇਂ ਪਾਤਸ਼ਾਹ ਦਾ ਸਰੀਰ ਬਹੁਤ ਖੁੱਲਾ ਡੁੱਲਾ ਹੋ ਗਿਆ ਜੀ। ਡੀਲ ਡੌਲ ਵਾਲਾ ਸਰੀਰ ਹੋ ਰਿਹਾ, ਦਿਨੋਂ ਦਿਨ ਸਰੀਰ ਵਿੱਚ ਵਾਧਾ ਹੋ ਰਿਹਾ ਹੈ ਜੀ। ਤਨ ਧਾਰਤ ਕੋ ਜਿਨ ਸਵਾਂਗ ਲਿਓ। ਕਹਿਣ ਲੱਗੇ ਅਸਲ ਵਿੱਚ ਮਨੁੱਖਾਂ ਵਾਲਾ ਸਰੀਰ ਹੀ ਵਾਹਿਗੁਰੂ ਨੇ ਧਾਰਨ ਕੀਤਾ ਹੈ। ਵਾਹਿਗੁਰੂ ਹੈ, ਪਰਮੇਸ਼ਰ ਨੇ, ਅਕਾਲ ਪੁਰਖ ਨੇ। ਕਹਿਣ ਲੱਗੇ ਮਨੁੱਖਾਂ ਵਾਲਾ ਸਰੀਰ ਹੀ ਧਾਰਨ ਕੀਤਾ, ਲੀਲਾ ਕਰ ਰਹੇ ਨੇ। ਸੰਗਤ ਜੀ, ਦਾਸ ਅੱਜ ਇੱਕ ਗੁਰਮੁਖ ਨੂੰ ਪੜ੍ਹ ਰਿਹਾ ਸੀ, ਉਹਨਾਂ ਨੇ ਬਹੁਤ ਸੋਹਣਾ ਬਚਨ ਲਿਖਿਆ। ਉਹ ਕਹਿੰਦੇ ਇੱਕ ਓੰਕਾਰ ਹਨ ਸ੍ਰੀ ਗੁਰੂ ਨਾਨਕ ਸਾਹਿਬ ਜੀ। ਇਹਨੂੰ ਧਿਆਨ ਨਾਲ ਸੁਣਿਓ। ਇੱਕ ਓੰਕਾਰ ਤੋਂ ਏਕੰਕਾਰ ਬਣਿਆ। ਉਹ ਕੌਣ ਹਨ? ਉਹ ਹਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਓੰਕਾਰ ਤੇ ਏਕੰਕਾਰ ਵਿੱਚ ਫਰਕ ਕੋਈ ਨਹੀਂ ਹੈਗਾ। ਕਹਿਣ ਲੱਗੇ ਫਿਰ ਕੀ ਬਣਿਆ? ਸਤਨਾਮ ਬਣਿਆ। ਗੱਜ ਕੇ ਆਖੋ ਵਾਹਿਗੁਰੂ। ਉਹ ਸਤਨਾਮ ਕੌਣ ਹਨ? ਉਹ ਹਨ ਧੰਨ ਗੁਰੂ ਅਮਰਦਾਸ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਫਿਰ ਕਰਤਾ ਕੌਣ ਹਨ? ਕਹਿੰਦੇ ਕਰਤਾ ਹਨ ਖੁਦ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਪੁਰਖ ਹਨ ਗੁਰ ਅਰਜਨ ਪ੍ਰਤੱਖ ਹਰ। ਗੁਰ ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਪੁਰਖ ਹਨ। ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਔਰ ਤੋਂ ਬਾਅਦ ਕੀ ਆਉਂਦਾ? ਨਿਰਭਉ। ਕਹਿੰਦੇ ਜਿਹੜਾ ਨਿਰਭਉ ਹੈ ਨਾ, ਉਹ ਕੋਈ ਹੋਰ ਨਹੀਂ ਹੈ, ਉਹ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਹਨ। ਕਹਿਣ ਲੱਗੇ ਕਿਤੇ ਮਿਲਦਾ ਹੈ ਮਹਾਰਾਜ ਜੀ ਦੇ ਜੀਵਨ ਵਿੱਚੋਂ ਵੀ ਡਰ ਕਿਤੇ ਆਇਆ ਹੋਵੇ ਉਹਨਾਂ ਨੂੰ? ਨਹੀਂ ਸਾਧ ਸੰਗਤ ਜੀ। ਨਿਰਭਉ ਤੋਂ ਅੱਗੋਂ ਕੀ ਬਣ ਗਿਆ? ਨਿਰਵੈਰ। ਕਹਿੰਦੇ ਨਿਰਵੈਰ ਹਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਵੈਰੀਆਂ ਨੇ ਵੀ ਆ ਕੇ ਦਵਾਈ ਮੰਗੀ, ਉਹਨਾਂ ਨੂੰ ਵੀ ਦੇ ਦਿੱਤੀ ਸੀ। ਵੈਰ ਕੀਤਾ ਹੀ ਨਹੀਂ ਜੀ ਕਿਸੇ ਨਾਲ। ਅਕਾਲ ਮੂਰਤ ਕੌਣ ਹਨ? ਖੁਦ ਗੁਰੂ ਹਰਕ੍ਰਿਸ਼ਨ ਸਾਹਿਬ ਹਨ। ਅਕਾਲ ਮੂਰਤ। ਅਜੂਨੀ ਕੌਣ ਹਨ? ਧੰਨ ਗੁਰੂ ਤੇਗ ਬਹਾਦਰ ਸਾਹਿਬ। ਤੇ ਫਿਰ ਅਜੂਨੀ ਸਹਿਭੰ। ਕਹਿੰਦੇ ਸਹਿਭੰ ਕੌਣ ਹਨ? ਖੁਦ ਪੰਥ ਦੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਜਿੱਥੇ ਇਹ ਸਾਰੇ 10 ਗੁਣ ਰਲਦੇ ਆ ਨਾ, ਉੱਥੇ ਗੁਰਪ੍ਰਸਾਦ ਆਪੇ ਹੀ ਆ ਜਾਂਦਾ ਹੈ ਜੀ। ਗੁਰੂ ਦੀ ਕਿਰਪਾ ਆਪੇ ਹੀ ਪਹੁੰਚ ਜਾਂਦੀ ਹੈ। 10 ਪਾਤਸ਼ਾਹੀਆਂ ਦੇ ਸਰੀਰ ਆਮ ਨਹੀਂ ਹਨ, ਕਿਤੇ ਭੁਲੇਖਾ ਨਹੀਂ ਲਾਉਣਾ। ਗੁਰੂ ਨਾਨਕ ਸਾਹਿਬ ਹੋਰ ਹਨ, ਗੁਰੂ ਹਰਗੋਬਿੰਦ ਸਾਹਿਬ ਹੋਰ ਹਨ। ਨਹੀਂ ਸਾਧ ਸੰਗਤ ਜੀ। ਕਵੀ ਰਾਜ ਲਿਖਦੇ, ਕਹਿੰਦੇ ਐ ਤਨ ਧਾਰਨ ਕੋ ਜਿਨ ਸਵਾਂਗ ਲਿਓ, ਨਿਰਬਾਹਤ ਤੈਸੇ ਰੀਤ ਕੀਓ। ਕਹਿੰਦੇ ਜਿਵੇਂ ਕੋਈ ਸਵਾਂਗ ਨਹੀਂ ਖੇਡਦਾ, ਖੇਡ ਖੇਡਦਾ, ਉਵੇਂ ਹੀ ਵਾਹਿਗੁਰੂ ਜੀ ਨੇ ਸਰੀਰ ਧਾਰਿਆ ਤੇ ਵਾਹਿਗੁਰੂ ਜੀ 6ਵੇਂ ਪਾਤਸ਼ਾਹ ਦੇ ਰੂਪ ਵਿੱਚ ਖੇਡਾਂ ਖੇਡ ਰਹੇ ਹਨ। ਕਹਿਣ ਲੱਗੇ ਕੋਈ ਫਰਕ ਨਹੀਂ ਹੈਗਾ। ਕਹਿਣ ਲੱਗੇ ਹਾਂਜੀ। ਇੱਕ ਦਇਓਸ ਚੜਿਓ ਤਨ ਤਾਪ ਮਹਾ। ਖੇਡ ਖੇਡਦਿਆਂ ਕਿਸੇ ਦਾ ਦੁੱਖ ਕੱਟ ਦਿੱਤਾ ਜੀ। ਤੇ ਫਿਰ ਕੀ ਹੋਇਆ ਸਾਧ ਸੰਗਤ ਜੀ? ਇੱਕ ਦਿਨ ਫਿਰ 6ਵੇਂ ਪਾਤਸ਼ਾਹ ਨੂੰ ਬਹੁਤ ਤੇਜ਼ ਤਾਪ ਚੜਿਆ ਜੀ। ਤਾਪ ਕੀ ਹੁੰਦਾ? ਬੁਖਾਰ।
ਹਾਂਜੀ। ਬਹੁ ਕੰਪਤ ਅੰਗ ਸੰਤਾਪ ਲਹਾ। ਬੁਖਾਰ ਦੀਆਂ ਬੜੀਆਂ ਹੀ ਕਿਸਮਾਂ ਨੇ। ਕਹਿੰਦੇ ਜਿਹੜਾ ਬੁਖਾਰ 6ਵੇਂ ਪਾਤਸ਼ਾਹ ਨੂੰ ਹੋਇਆ ਹੈ ਨਾ, ਬਾਲ ਹਰਗੋਬਿੰਦ ਜੀ ਨੂੰ, ਉਹ ਸਰੀਰ ਨੂੰ ਕਾਂਬਾ ਛੇੜ ਦਿੰਦਾ ਜੀ ਉਹਨੇ। ਸਰੀਰ ਕੰਬਣ ਲੱਗ ਪਿਆ। ਬਹੁ ਬਾਰ ਹੈ ਬਾਰ ਸੋ ਪਾਨ ਕਰੈ। ਕਹਿਣ ਲੱਗੇ ਬਾਰ ਬਾਰ ਜਲ ਛਕਦੇ ਆ। ਹਾਂਜੀ। ਮੁਖ ਸੂਕਤ ਜਾਤ ਨਾ ਹੋਤ ਥਿਰੇ। ਕਿਉਂ? ਅੰਦਰ ਗਰਮੀ ਇਸ ਤਰ੍ਹਾਂ ਦੀ ਪੈਦਾ ਹੋਈ ਹੈ, ਮੁੱਖ ਹੀ ਸੁੱਕਦਾ ਜਾਵੇ। ਬਾਰ ਬਾਰ ਪਾਣੀ ਪੀ ਰਹੇ। ਪਿਖ ਗੰਗ ਸੋ ਵਿਆਕੁਲ ਨੰਦਨ ਕੋ। ਹੁਣ ਇੱਕਦਮ ਬੁਖਾਰ ਚੜ ਗਿਆ ਹੈ। ਮਾਤਾ ਗੰਗਾ ਜੀ ਨੇ ਜਦੋਂ ਦੇਖਿਆ, ਮਾਤਾ ਗੰਗਾ ਜੀ ਨੂੰ ਬੜੀ ਚਿੰਤਾ ਹੋ ਗਈ ਜੀ। ਸਰੀਰ ਕੰਬ ਰਿਹਾ, ਬਾਰ ਬਾਰ ਜਲ ਮੰਗਦੇ ਆ। ਸੁਧ ਭੇਜ ਦਈ ਜਗ ਬੰਦਨ ਕੋ। ਤੇ ਮਾਤਾ ਜੀ ਨੇ ਫਿਰ ਜਗਤ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਖਬਰ ਭੇਜੀ ਜੀ। ਕੀ ਖਬਰ ਭੇਜੀ ਹੈ? ਮਹਾਰਾਜ ਹਰਗੋਬਿੰਦ ਜੀ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਹਾਂਜੀ। ਟਿਗ ਬੈਠ ਰਹੀ ਦੁਖ ਪਾਵਤ ਹੈ। ਆਪ ਮਾਤਾ ਜੀ ਲਾਗੇ ਬੈਠ ਗਏ ਹਰਗੋਬਿੰਦ ਸਾਹਿਬ ਜੀ ਦੇ, ਤੇ ਲਾਗੇ ਬੈਠ ਕੇ ਨਾ ਬੜਾ ਦੁੱਖ ਮਹਿਸੂਸ ਕਰਦੇ ਆ, ਬੜਾ ਦੁੱਖ ਮਹਿਸੂਸ ਕਰਦੇ ਆ। ਪ੍ਰਿਯ ਪੁੱਤਰ ਬਿਖੈ ਤਪ ਤਾਵਤ ਹੈ। ਤੇ ਸਾਧ ਸੰਗਤ ਜੀ ਆਪਣੇ ਪਿਆਰੇ ਪੁੱਤਰ ਦੇ ਸਰੀਰ ਨੂੰ ਵੇਖਦੇ ਆ, ਸਰੀਰ ਤਪ ਰਿਹਾ। ਮਾਤਾ ਜੀ ਨੂੰ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ। ਹਾਂਜੀ। ਨਿਜ ਹਾਥ ਲਗਾਏ ਰਹੀ ਤਨ ਕੋ। ਬਾਰ ਬਾਰ ਮਾਤਾ ਜੀ ਕਦੀ ਮੱਥੇ ਤੇ ਹੱਥ ਲਾਉਂਦੇ ਆ, ਕਦੀ ਗਲੇ ਤੇ ਹੱਥ ਲਾਉਂਦੇ ਆ, ਕਦੀ ਮਹਾਰਾਜ ਦਾ ਗੁੱਟ ਫੜ ਲੈਂਦੇ ਆ। ਸਾਰਾ ਸਰੀਰ ਹੀ ਬੜਾ ਗਰਮ ਹੈ। ਮਾਤਾ ਜੀ ਬੜੇ ਚਿੰਤਤ ਹੋ ਰਹੇ ਆ। ਹਾਂਜੀ। ਸੁਧ ਬੂਜਤ ਪੀਰ ਬੜੀ ਮਨ ਕੋ। ਗੱਜ ਕੇ ਆਖੋ। ਤੇ ਵੱਡੀ ਪੀੜ ਜਾਣ ਕੇ ਨਾ ਪੁੱਛਦੇ ਆ ਹਰਗੋਬਿੰਦ ਸਾਹਿਬ ਜੀ ਨੂੰ ਵੀ ਹੁਣ ਦੱਸੋ ਤੁਹਾਡੇ ਸਰੀਰ ਦਾ ਕੀ ਹਾਲ ਹੈ, ਹੁਣ ਕੀ ਹਾਲ ਹੈ। ਹਾਂਜੀ। ਇਤਨੇ ਮੈਂ ਸ੍ਰੀ ਗੁਰ ਆਪ ਆਏ। ਉਹਨਾਂ ਚਿਰ ਨੂੰ ਜਗਤ ਦੇ ਮਾਲਕ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਖਬਰ ਪਹੁੰਚ ਗਈ। ਮਹਾਰਾਜ ਗੁਰੂ ਅਰਜਨ ਸਾਹਿਬ ਆਪ ਚੱਲ ਕੇ ਆਏ ਜੀ। ਨਿਜ ਨੰਦਨ ਦੇਖ ਸਮੀਪ ਪਏ। ਗੱਜ ਕੇ ਆਖੋ। ਮਹਾਰਾਜ ਖਲੋਤੇ ਆ ਤੇ 6ਵੇਂ ਪਾਤਸ਼ਾਹ ਪਲੰਗੇ ਤੇ ਲੇਟ ਰਹੇ। ਆਪਣੇ ਪੁੱਤਰ ਨੂੰ ਵੇਖਿਆ। ਮਨ ਵਿਆਕੁਲ ਗੰਗ ਵਿਸ਼ਾਲ ਲਖੀ। ਵੇਖਿਆ ਗੰਗਾ ਜੀ ਵੀ ਬੜੇ ਵਿਆਕੁਲ ਹਨ। ਆਪਣੇ ਮਹਿਲਾਂ ਵੱਲ ਵੇਖਿਆ ਮਹਾਰਾਜ ਨੇ। ਹਾਂਜੀ। ਦ੍ਰਿਗ ਢੋਰਤ ਹੇਰਤ ਨੰਦ ਦੁਖੀ। ਵੇ ਨੇਤਰਾਂ ਤੋਂ ਹੰਝੂ ਵੀ ਵਹਿ ਰਹੇ ਆ। ਬੁਖਾਰ ਰੁਕ ਨਹੀਂ ਰਿਹਾ, ਬਾਰ ਬਾਰ ਜਲ ਛਕਦੇ ਆ, ਸਰੀਰ ਕੰਬ ਰਿਹਾ ਹੈ। ਹੁਣ ਸਾਨੂੰ ਨਹੀਂ ਨਾ ਪਤਾ ਲੱਗਦਾ ਇਹ ਕੀ ਖੇਡ ਹੈ, ਸਾਨੂੰ ਨਹੀਂ ਨਾ ਸਮਝ ਆ ਗਈ। ਹਾਂਜੀ। ਤਜ ਖਾਨ ਰੋਪਾਨ ਬਿਸੂਰਤ ਹੈ। ਮਾਤਾ ਜੀ ਨੂੰ ਤੇ ਛਕਣ ਛਕਾਉਣ ਦਾ ਵੀ ਚੇਤਾ ਭੁੱਲਿਆ ਪਿਆ ਜੀ। ਮਾਤਾ ਜੀ ਇੰਨੇ ਜ਼ਿਆਦਾ ਦੁੱਖ ਮਹਿਸੂਸ ਕਰ ਰਹੇ ਹਨ। ਚਿਤ ਚਿੰਤ ਮਨੋ ਇਹ ਮੂਰਤ ਹੈ। ਮਾਤਾ ਜੀ ਤੇ ਚਿੰਤਾ ਦੀ ਮੂਰਤੀ ਬਣ ਕੇ ਲਾਗੇ ਖਲੋਤੇ ਹੋਏ ਨੇ ਜੀ। ਮਹਾਰਾਜ 6ਵੇਂ ਪਾਤਸ਼ਾਹ ਵੱਲ ਵੀ ਵੇਖ ਰਹੇ ਆ, ਮਹਾਰਾਜ ਮਾਤਾ ਜੀ ਵੱਲ ਵੀ ਵੇਖ ਰਹੇ ਆ ਜੀ। ਹਾਂਜੀ। ਨਹਿ ਆਨ ਬਿਖੈ ਮਨ ਕਾਰਜ ਕੋ। ਇਮ ਸੰਕਟ ਦੇਖ ਸੋ ਆਰਜ ਕੋ। ਮਹਾਰਾਜ ਨੇ ਵੇਖਿਆ ਗੰਗਾ ਜੀ ਬਹੁਤ ਦੁਖੀ ਹਨ। ਗੱਜ ਕੇ ਆਖੋ ਵਾਹਿਗੁਰੂ। ਅਸਲ 'ਚ ਦੁੱਖ ਨਾ ਗੁਰੂ ਅਰਜਨ ਸਾਹਿਬ ਜੀ ਨੂੰ ਹੈ ਤੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੈ ਜੀ। ਅੰਦਰ ਦੀ ਖੇਡ ਸਾਰੀ ਮਹਾਰਾਜ ਨੂੰ ਪਤਾ ਹੈ, ਪਰ ਮਾਤਾ ਗੰਗਾ ਜੀ ਚਿੰਤਾ ਵਿੱਚ ਰੁੜਦੇ ਜਾ ਰਹੇ ਨੇ ਜੀ, ਚਿੰਤਾ ਵਿੱਚ ਬਹਿ ਰਹੇ ਨੇ ਜੀ। ਹਾਂਜੀ। ਟਿਗ ਬੈਠ ਗਏ ਕਰੁਣਾ ਕਰਕੇ। ਤੇ ਫਿਰ ਗਰੀਬ ਨਵਾਜ਼ ਜੀ ਨੇ ਕੀ ਕੀਤਾ? ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਿਹਰ ਦੇ ਘਰ ਵਿੱਚ ਆਏ, ਪਲੰਗੇ ਦੇ ਉੱਤੇ ਬੈਠ ਗਏ ਸਰਾਣੇ ਵਾਲੇ ਪਾਸੇ ਜੀ। ਹਾਂਜੀ। ਸੁਤ ਦੇਹ ਸੋ ਤਾਪ ਰਹੇ ਉਹ ਚਰ ਹੈ। ਤੇ ਵੇਖਿਆ ਵੀ ਪੁੱਤਰ ਨੂੰ ਤਾਪ ਚੜਿਆ ਹੋਇਆ ਬੜਾ, ਸਰੀਰ ਤਾਪ ਦੇ ਨਾਲ ਬਹੁਤ ਗਰਮ ਹੋਇਆ ਪਿਆ ਹੈ। ਪਰਮੇਸ਼ਰ ਦੀ ਖੇਡ ਹੈ, ਮਾੜਾ ਜਿਹਾ ਟੈਂਪਰੇਚਰ ਵੱਧ ਹੋ ਜੇ ਸਰੀਰ ਤਪਣ ਲੱਗ ਪੈਂਦਾ ਹੈ। ਹਾਂਜੀ। ਗਨ ਦਾਸ ਵਿਖੇ ਦੁੱਖ ਪਾਵਤ ਹੈ। ਤੇ ਮਹਾਰਾਜ ਨੇ ਜਿੱਥੇ ਮਾਤਾ ਗੰਗਾ ਜੀ ਵੱਲ ਵੇਖਿਆ, ਉੱਥੇ ਸੇਵਕਾਂ ਵੱਲ ਵੀ ਵੇਖਿਆ ਜੀ। ਸੇਵਕ ਵੀ ਬੜੇ ਦੁਖੀ ਨੇ ਸਾਰੇ। ਮਹਾਰਾਜ ਬੁਖਾਰ ਉਤਰ ਹੀ ਨਹੀਂ ਰਿਹਾ ਸੱਚੇ ਪਾਤਸ਼ਾਹ।
ਹਾਂਜੀ। ਮੁਰਝਾਏ ਕਛੂ ਨਾ ਸਹਾਵਤ ਹੈ। ਸਭ ਸੇਵਕਾਂ ਦੇ ਚਿਹਰੇ ਜਿਹੜੇ ਸਨ ਨਾ ਮੁਰਝਾਏ ਹੋਏ ਸਨ ਜੀ, ਕੁਝ ਉਹਨਾਂ ਨੂੰ ਸੋਹਣਾ ਨਹੀਂ ਲੱਗਦਾ ਜੀ। ਹਾਂਜੀ। ਸਭ ਹੂਨ ਮਨੋ ਜਰ ਜੀਵਨ ਕੀ। ਕਹਿਣ ਲੱਗੇ ਛੇਵੇਂ ਪਾਤਸ਼ਾਹ ਪਤਾ ਕੀ ਹੈ, ਮਾਨੋ ਸਾਰਿਆਂ ਦੇ ਜੀਵਨ ਦੀ ਜੜ ਨੇ ਜੀ, ਸੋਹਣੇ ਬੜੇ ਲੱਗਦੇ। ਜਦੋਂ ਜੜ ਸੁੱਕ ਜੇ ਸਾਰਾ ਰੁੱਖ ਹੀ ਸੁੱਕ ਜਾਂਦਾ। ਹੁਣ ਮਹਾਰਾਜ ਨੂੰ ਬੁਖਾਰ ਹੋਇਆ, ਛੇਵੇਂ ਪਾਤਸ਼ਾਹ ਨੂੰ ਬੁਖਾਰ ਚੜਿਆ, ਤੇ ਉਹ ਸਾਰੇ ਜਿਹੜੇ ਆ ਮੁਰਝਾਈ ਫਿਰਦੇ ਆ ਸਾਰੇ ਸਿੱਖ। ਹਾਂਜੀ। ਮਨ ਆਨੰਦ ਧੀਰਗ ਥੀਵਨ ਕੀ। ਜਿਸ ਮਨ ਵਿੱਚ ਬੜਾ ਆਨੰਦ ਹੋਣਾ ਚਾਹੀਦਾ, ਜਿਨ੍ਹਾਂ ਮਨਾਂ ਵਿੱਚ ਸਾਰੇ ਮਨ ਹੀ ਮੁਰਝਾਏ ਹੋਏ ਨੇ। ਹਾਂਜੀ। ਇਮ ਸ਼੍ਰੀ ਗੁਰ ਦੇਖ ਵਿਸ਼ੇਸ਼ ਦੁਖੀ। ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਵੀ ਸੇਵਕ ਵੀ ਬੜੇ ਦੁਖੀ ਨੇ ਸਾਰੇ। ਪਰਿਵਾਰ ਆਧਾਰ ਸਭੀ ਬਿਲਖੀ। ਸਭ ਸੇਵਕਾਂ ਦੇ ਪਰਿਵਾਰ ਵੀ ਦੁਖੀ ਨੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਆਪ ਜੀ ਅੰਦਾਜ਼ਾ ਲਾਓ ਛੇਵੇਂ ਪਾਤਸ਼ਾਹ ਜੀ ਨਾਲ ਕਿੰਨਾ ਪਿਆਰ ਹੋਏਗਾ ਸਾਰਿਆਂ ਦਾ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਪਿਆਰ ਹੋਏਗਾ, ਸਾਰਿਆਂ ਨੂੰ ਹੀ ਦੁੱਖ ਮਹਿਸੂਸ ਹੋ ਰਿਹਾ, ਸਾਰੇ ਹੀ ਬੜੇ ਚਿੰਤਤ ਹਨ। ਹਾਂਜੀ। ਤਜ ਆਪ ਉਪਾਵ ਬੜੇ ਜਗ ਕੇ। ਹਾਂਜੀ। ਪਰਮੇਸ਼ਰ ਪ੍ਰੀਤ ਰਹੀ ਲਗ ਕੇ। ਗੱਜ ਕੇ ਆਖੋ। ਤੇ ਫਿਰ ਕੀ ਕੀਤਾ ਹੈ, ਤਜ ਆਨ ਉਪਾਵ ਵੱਡੇ ਜਗ ਕੇ ਪਰਮੇਸ਼ਰ ਪ੍ਰੀਤ ਰਹੀ ਲੜਕੇ। ਗੱਜ ਕੇ ਆਖੋ। ਵਾਹ। ਮਹਾਰਾਜ ਨੂੰ ਵੇਖ ਰਹੇ ਆ ਵੀ ਸਭ ਸੇਵਕ ਪਰਮੇਸ਼ਰ ਤੇ ਹੀ ਪਿਆਰ ਲਾ ਕੇ ਬੈਠੇ ਆ। ਹੁਣ ਦਵਾਈਆਂ ਤਾਂ ਵੇਖ ਲੀਆਂ ਇਹਨਾਂ ਨੇ, ਹੁਣ ਇਹ ਵਾਹਿਗੁਰੂ ਨੂੰ ਧਿਆ ਰਹੇ ਆ ਸਾਰੇ। ਹਾਂਜੀ। ਸਤਨਾਮ ਸੋ ਮੰਤਰ ਮਹਾ ਜਪ ਕੈ। ਬੜ ਦਾਰੁਨ ਕਾਰਨ ਤੇ ਤਪ ਕੈ। ਮਹਾਰਾਜ ਗਰੀਬ ਨਵਾਜ ਜੀ ਨੇ ਮੁਖੋਂ ਆਖਿਆ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ। ਕਰ ਸ੍ਰੀ ਗੁਰ ਫੇਰਨ ਕੀਨ ਜਬੈ। ਮਹਾਰਾਜ ਨੇ ਮੁਖ ਤੋਂ ਲੈ ਕੇ ਨਾ ਜੀ ਸਿਰ ਤੋਂ ਹੱਥ ਸ਼ੁਰੂ ਕੀਤਾ ਜੀ। ਗੁਰੂ ਅਰਜਨ ਸਾਹਿਬ ਨੇ ਸਾਰੇ ਸਰੀਰ ਤੇ ਹੱਥ ਫੇਰ ਰਹੇ, ਨਾਲੇ ਕਹਿ ਰਹੇ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਹੱਥ ਫੇਰ ਰਹੇ ਨੇ ਜੀ। ਹਾਂਜੀ। ਮੁਖ ਪੈ ਤਨ ਪੈ ਹੱਥ ਪਾਪ ਤਬੈ। ਬਸ ਉਸੇ ਵੇਲੇ ਜਦੋਂ ਜਿੱਧਰੋਂ ਹੱਥ ਫੇਰ ਰਹੇ ਆ ਨਾ, ਉਧਰੋਂ ਤਾਪ ਜਿਹੜਾ ਉਹ ਉੱਡੀ ਜਾ ਰਿਹਾ ਹੈ ਜੀ, ਸਰੀਰ ਰਾਜੀ ਹੋ ਰਿਹਾ ਹੈ ਜੀ। ਹਾਂਜੀ। ਨਾ ਰਹਿਓ ਤਪ ਯੋਂ ਤਤਕਾਲ ਹਇਓ। ਬਸ ਜਦੋਂ ਹੱਥ ਫਿਰ ਗਿਆ ਨਾ ਜੀ, ਉਸੇ ਵੇਲੇ ਸਾਰਾ ਤਾਪ ਹੀ ਜਿਹੜਾ ਉਹ ਉੱਡ ਗਿਆ ਜੀ ਸਾਰਾ ਜੀ। ਕੋਈ ਤਾਪ ਸਰੀਰ ਤੇ ਨਹੀਂ ਰਿਹਾ। ਉਠ ਸ਼੍ਰੀ ਹਰਿ ਗੋਬਿੰਦ ਬੈਠ ਗਇਓ। ਤੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਕੀ ਕੀਤਾ ਜੀ, ਅੱਗੇ ਤੇ ਲੰਮੇ ਪਏ ਸਨ, ਪਰ ਜਦੋਂ ਸਾਰਾ ਤਾਪ ਹੀ ਦੂਰ ਹੋ ਗਿਆ, ਉੱਠ ਕੇ ਚੌਂਕੜਾ ਮਾਰ ਲਿਆ ਜੀ ਉਹਨਾਂ ਨੇ ਜੀ, ਚਿਹਰਾ ਖਿੜ ਗਿਆ। ਹਾਂਜੀ। ਜਿਮ ਪੂਰਬ ਖੇਲਤ ਮੋਦ ਧਰੇ। ਜਿਵੇਂ ਪਹਿਲਾਂ ਖੇਡਦੇ ਸਨ, ਬੜੀ ਖੁਸ਼ੀ, ਬਹੁਤੀ ਖੁਸ਼ੀ ਧਾਰਨ ਕਰਕੇ ਉਹੋ ਜਿਹਾ ਚਿਹਰਾ ਬਣ ਗਿਆ। ਤੇ ਸਰੀਤ ਮਹਾ ਹਰ ਖੰਤ ਫਿਰੇ। ਕਹਿਣ ਲੱਗੇ ਬਸ ਉਸੇ ਵੇਲੇ ਉੱਠੇ ਤੇ ਵਿਹੜੇ ਵਿੱਚ ਸਾਥੀਆਂ ਨਾਲ ਦੌੜਨ ਲੱਗ ਪਏ ਜੀ। ਉਸੇ ਵੇਲੇ ਤਤਕਾਲ ਹੀ ਜੀ। ਹਾਂਜੀ। ਪਰਿਵਾਰ ਨਿਹਾਰ ਆਨੰਦ ਪਇਓ। ਸਾਰਾ ਪਰਿਵਾਰ ਹੀ ਵੇਖ ਕੇ ਖੁਸ਼ ਹੋ ਗਿਆ ਜੀ। ਮਾਤਾ ਗੰਗਾ ਜੀ ਵੇਖ ਕੇ ਖੁਸ਼ ਹੋ ਗਏ ਜੀ। ਸਮੁਦਾਇ ਮਿਲੇ ਉਤਸ਼ਾਹ ਕਇਓ। ਸਭ ਸੇਵਕ ਮਿਲ ਕੇ ਬੜੇ ਖੁਸ਼ ਹੋਏ ਵੀ ਇੰਨਾ ਜ਼ਿਆਦਾ ਬੁਖਾਰ ਮਹਾਰਾਜ ਨੇ ਤਤਕਾਲ ਹੀ ਦੂਰ ਕਰ ਦਿੱਤਾ। ਹਾਂਜੀ। ਸ਼੍ਰੀ ਗੁਰ ਕੋ ਕਰ ਜੋਰ ਕਹੈ। ਹੱਥ ਜੋੜ ਲਈਏ ਆਪਾਂ ਸਾਰੇ ਹੀ, ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਗਤਾਂ ਨੇ ਹੱਥ ਜੋੜ ਕੇ ਸਮਰੱਥ ਗੁਰੂ ਜੀ ਨੂੰ ਬੇਨਤੀ ਕੀਤੀ, ਦੁਖ ਬ੍ਰਿੰਦ ਤੁਮਹਾਰ ਅਧੀਨ ਰਹੈ। ਸੱਚੇ ਪਾਤਸ਼ਾਹ ਜਿੰਨੇ ਵੀ ਦੁੱਖ ਨੇ ਸਾਰੇ ਤੁਹਾਡੇ ਅਧੀਨ ਨੇ। ਹੱਥ ਹੀ ਲਾਇਆ ਦੁੱਖ ਚਲੇ ਗਿਆ। ਇਹ ਮਹਾਰਾਜ ਜਿੰਨੇ ਦੁੱਖ ਨੇ ਆਪ ਜੀ ਦੇ ਅਧੀਨ ਹਨ। ਸੰਗਤ ਜੀ ਗੁਰੂ ਦੀਆਂ ਸੰਗਤਾਂ ਦਾ ਬਚਨ ਸੱਚਾ ਹੈ। ਮਹਾਰਾਜ ਦੇ ਅਧੀਨ ਹਨ ਸਾਰੇ ਦੁੱਖ। ਜਿਹੜਾ ਸਿੱਖ ਮਹਾਰਾਜ ਦੇ ਅਧੀਨ ਹੋ ਜਾਵੇ, ਮਹਾਰਾਜ ਉਹਨੂੰ ਦੁੱਖ ਨਹੀਂ ਨੇੜੇ ਆਉਣ ਦਿੰਦੇ ਜੀ। ਜੇ ਦੁੱਖ ਅਧੀਨ ਨੇ
ਸੁੱਖ ਵੀ ਸਤਿਗੁਰੂ ਜੀ ਦੇ ਅਧੀਨ ਹਨ। ਕਈ ਕਹਿੰਦੇ ਆ ਗੁਰੂ ਸਾਹਿਬ ਦੇ ਕੋਲ ਬਹੁਤ ਕੁਝ ਹੈ। ਨਹੀਂ ਸਾਧ ਸੰਗਤ ਜੀ, ਇਹ ਗੱਲ ਗਲਤ ਹੈ। ਸਤਿਗੁਰੂ ਜੀ ਦੇ ਕੋਲ ਸਭ ਕੁਝ ਹੈ, ਸਭ ਕੁਝ ਹੈ। ਕਹਿਣ ਲੱਗੇ ਮਹਾਰਾਜ ਦੁੱਖ ਤੇ ਤੁਹਾਡੇ ਅਧੀਨ, ਤੁਹਾਡੇ ਕਹਿਣੇ ਵਿੱਚ ਹੀ ਨੇ ਸਾਰੇ। ਹਾਂਜੀ, ਜਿਮ ਰਾਵਰ ਕੀ ਲਖ ਤੇ ਮਰਜ਼ੀ। ਮਹਾਰਾਜ ਉਹ ਜਿਹੜੇ ਦੁੱਖ ਨੇ, ਮਹਾਰਾਜ ਉਹ ਆਪ ਜੀ ਦੀ ਮਰਜ਼ੀ ਵੇਖਦੇ ਵੀ ਤੁਹਾਡੀ ਮਰਜ਼ੀ ਕੀ ਹੈ। ਤੇ ਮੋਹਤ ਸਭ ਹੈ ਭਨ ਤੇ ਅਰਜ਼ੀ। ਤੇ ਮਹਾਰਾਜ ਉਹ ਫਿਰ ਉਵੇਂ ਹੀ ਸਾਰੇ ਵਰਤਣ ਲੱਗ ਪੈਂਦੇ ਆ। ਜਿਵੇਂ ਦੁੱਖਾਂ ਨੂੰ ਮਹਿਸੂਸ ਹੁੰਦਾ ਹੈ, ਤੁਹਾਡੀ ਆਗਿਆ ਵੇਖਦੇ ਆ, ਉਵੇਂ ਦੁੱਖ ਮਹਾਰਾਜ ਚੱਲਦੇ ਆ। ਸੰਗਤ ਜੀ ਸਭ ਕੁਝ ਹੀ ਸਤਿਗੁਰੂ ਦੇ ਅਧੀਨ ਹਨ। ਦੁੱਖ ਬੰਦੇ ਦਾ ਖਹਿੜਾ ਨਹੀਂ ਛੱਡਦੇ, ਦੁੱਖ ਬੰਦੇ ਦਾ ਖਹਿੜਾ ਨਹੀਂ ਛੱਡਦੇ। ਜਨਮ ਤੋਂ ਲੈ ਕੇ ਮਰਨ ਤੱਕ ਤੇ ਮਰਨ ਤੋਂ ਬਾਅਦ ਵੀ ਦੁੱਖ ਬੰਦੇ ਦਾ ਖਹਿੜਾ ਨਹੀਂ ਛੱਡਦੇ ਜੀ। ਹਾਂਜੀ, ਨਹਿ ਆਪ ਕਛੂ ਕਰ ਸਾਕਤ ਹੈ। ਸੱਚੇ ਪਾਤਸ਼ਾਹ ਮਹਾਰਾਜ ਦੁੱਖ ਤੁਹਾਡੇ ਸਾਹਮਣੇ ਕੀ ਕਰ ਸਕਦੇ ਆ। ਪਦ ਧੂਲ ਜਮਾਦਿਕ ਤਾਕਤ ਹੈ। ਗਰੀਬ ਨਵਾਜ ਪਦ ਧੂਲ ਜਮਾਦਿਕ ਤਾਕਤ ਹੈ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਜਮ ਵੀ ਮਹਾਰਾਜ ਆਪ ਜੀ ਦੇ ਚਰਨਾਂ ਦੀ ਧੂੜ ਵੱਲ ਹੀ ਵੇਖਦਾ ਹੈ। ਜਿੱਧਰ ਤੁਹਾਡਾ ਹੁਕਮ ਹੋ ਜੇ, ਹੇ ਗੁਰੂ ਅਰਜਨ ਦੇਵ ਮਹਾਰਾਜ, ਜਮ ਸਤਿਗੁਰੂ ਜੀ ਉਸ ਪਾਸੇ ਨਹੀਂ ਜਾ ਸਕਦਾ। ਸੰਗਤ ਜੀ ਇਹ ਬਚਨ ਸ਼ਰਧਾ ਵਾਲੇ ਹਨ, ਇਹ ਬਚਨ ਭਰੋਸੇ ਵਾਲੇ ਹਨ। ਇਹਨਾਂ ਬਚਨਾਂ ਤੇ ਉਹੋ ਹੀ ਚੱਲ ਸਕਦਾ ਹੈ ਜਿਹਨੂੰ ਆਪਣੇ ਗੁਰੂ ਜੀ ਤੇ ਭਰੋਸਾ ਹੋਏਗਾ ਜੀ। ਚੇਤਾ ਰੱਖਿਓ, ਇਹ ਬਚਨ ਫਿਰ ਧਿਆਨ ਨਾਲ ਸੁਣਿਓ। ਇਹ ਗੱਲਾਂ, ਇਹ ਬਚਨ ਉਹਨਾਂ ਵਾਸਤੇ ਨੇ ਜਿਹੜੇ ਗੁਰੂ ਜੀ ਤੇ ਭਰੋਸਾ ਰੱਖਦੇ ਆ ਜੀ। ਜਿਹੜੇ ਗੁਰੂ ਤੇ ਭਰੋਸਾ ਨਹੀਂ ਰੱਖਦੇ, ਉਹਨਾਂ ਵਾਸਤੇ ਇਹ ਗੱਲਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ। ਇੱਕ ਨਿੱਕੀ ਜਿਹੀ ਸਾਖੀ ਧਿਆਨ ਨਾਲ ਸੁਣਿਓ ਜੀ। ਸਿੱਖ ਮਹਾਰਾਜ ਨੂੰ ਬੇਨਤੀ ਕਰਦੇ, ਮਹਾਰਾਜ ਸਭ ਕੁਝ ਤੁਹਾਡੇ ਅਧੀਨ ਹੈ, ਦੁੱਖ ਸੁੱਖ ਸਭ ਕੁਝ ਤੁਹਾਡੇ ਕਹਿਣੇ 'ਚ ਹੈ। ਆਪਣੇ ਗੁਰੂ ਤੇ ਕਿੰਨਾ ਭਰੋਸਾ ਚਾਹੀਦਾ। ਇੱਕ ਚੇਲਾ ਸੀਗਾ ਜੀ, ਉਹਦਾ ਆਪਣੇ ਗੁਰੂ ਨਾਲ ਬਹੁਤ ਪਿਆਰ ਸੀ, ਬਹੁਤ ਪਿਆਰ ਕਰਦਾ ਸੀ ਆਪਣੇ ਗੁਰੂ ਨੂੰ। ਉਸੇ ਆਸ਼ਰਮ ਦੇ ਵਿੱਚ ਹੋਰ ਵੀ ਬੜੇ ਲੋਕ ਸਨ, ਪਰ ਉਹਦਾ ਪਿਆਰ ਆਪਣੇ ਗੁਰੂ ਤੋਂ ਸਭ ਤੋਂ ਵੱਧ ਸੀਗਾ ਜੀ। ਆਇਆ ਪਿੱਛੋਂ, ਹਰ ਵਕਤ ਆਪਣੇ ਗੁਰੂ ਦੇ ਲਾਗੇ ਲਾਗੇ ਰਹਿਣਾ ਜੀ ਉਹਨੇ ਜੀ। ਲਾਗੇ ਲਾਗੇ ਰਹਿ ਕੇ ਗੁਰੂ ਨਾਲ ਵੀ ਉਹਦਾ, ਗੁਰੂ ਦਾ ਵੀ ਪਿਆਰ ਉਹਦੇ ਤੇ ਰੀਝ ਪਿਆ ਜੀ। ਉਹਦਾ ਬਹੁਤ ਪਿਆਰ ਹੈ। ਇੱਕ ਦਿਨ ਆਸ਼ਰਮ ਦੇ ਜਿੰਨੇ ਚੇਲੇ ਸਨ ਨਾ, ਜਿੰਨੇ ਚੇਲੇ ਸਨ, ਉਹ ਸਾਰੇ ਬਾਹਰ ਗਏ ਸਨ। ਉਸੇ ਉਹਦੇ ਗੁਰੂ ਨੂੰ ਬਾਹਰੋਂ ਕਿਤੋਂ ਸੱਦਾ ਆ ਗਿਆ, ਉਹਨੂੰ ਜਾਣਾ ਪਿਆ ਜੀ। ਆਸ਼ਰਮ 'ਚ ਕੋਈ ਨਾ ਰਿਹਾ। ਉਹਨੇ ਉਸ ਚੇਲੇ ਨੂੰ ਕਿਹਾ, ਕਹਿਣ ਲੱਗਾ, ਮੇਰੇ ਬੱਚੇ ਤੂੰ ਆਸ਼ਰਮ 'ਚ ਰਹਿ, ਮੈਂ ਬਾਹਰੋਂ ਕਾਰਜ ਤੋਂ ਹੋ ਕੇ ਆਵਾਂਗਾ, 4 ਦਿਨ ਮੈਨੂੰ ਲੱਗਣਗੇ। ਇਸ ਸਮੇਂ ਆਸ਼ਰਮ 'ਚ ਕੋਈ ਨਹੀਂ, ਮੇਰਾ ਜੀ ਕਰਦਾ ਮੈਂ ਤੈਨੂੰ ਲੈ ਚੱਲਾਂ, ਪਰ ਆਸ਼ਰਮ 'ਚ ਕੋਈ ਨਹੀਂ ਹੈਗਾ। ਜਦੋਂ ਉਹਨੇ ਸੁਣਿਆ ਨਾ ਵੀ ਮੇਰਾ ਗੁਰੂ ਮੈਨੂੰ ਆਪਣੇ ਤੋਂ ਵਿਛੋੜਨ ਲੱਗਾ ਹੈ, ਉਹਦਾ ਚਿਹਰਾ ਮੁਰਝਾ ਗਿਆ। ਗੱਲ ਨਾ ਵਿੱਚੋਂ ਤੱਤ ਲੈਣ ਦੀ ਹੈ, ਸਿੱਖਣ ਦੀ ਗੱਲ ਹੈ। ਉਹਦਾ ਚਿਹਰਾ ਮੁਰਝਾ ਗਿਆ। ਉਹ ਬੈਰਾਗ 'ਚ ਆ ਕੇ ਆਪਣੇ ਗੁਰੂ ਨੂੰ ਕਹਿਣ ਲੱਗਾ, ਕਹਿੰਦਾ ਕਿਰਪਾ ਕਰਕੇ ਉਹਨਾਂ ਚਿਰ ਤੱਕ ਮੈਨੂੰ ਨਾ ਵਿਛੋੜੋ ਜਿੰਨਾ ਚਿਰ ਤੱਕ ਮੇਰੇ ਸਰੀਰ 'ਚ ਪ੍ਰਾਣ ਨੇ। ਕਹਿਣ ਲੱਗਾ, ਮੈਂ ਤੁਹਾਡੇ ਤੋਂ ਵਿਛੜਨਾ ਨਹੀਂ ਚਾਹੁੰਦਾ। ਗੁਰੂ ਕਹਿਣ ਲੱਗਾ ਵੀ ਤੈਨੂੰ ਹੁਕਮ ਹੈ, ਮੰਨਣਾ ਪੈਣਾ ਤੈਨੂੰ। ਮੈਂ ਮੰਨਦਾ ਤੇਰਾ ਮੇਰੇ ਨਾਲ ਬੜਾ ਪਿਆਰ ਹੈ, ਤੂੰ ਮੇਰੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ, ਪਰ ਸਮਾਂ ਇਹੋ ਜਿਹਾ ਬਣ ਗਿਆ। ਉਹ ਕਹਿੰਦਾ ਠੀਕ ਹੈ ਚਲੋ, ਪਰ ਮੈਂ ਕਿਹਦੇ ਆਸਰੇ ਰਵਾਂਗਾ। ਲਾਗੇ ਨਦੀ ਵਗਦੀ ਸੀਗੀ,
ਗੁਰੂ ਨੇ ਵੇਖਿਆ ਸੀ ਵੀ ਇਹਦਾ ਕਿੰਨਾ ਕੁ ਪਿਆਰ ਹੈ। ਕਹਿਣ ਲੱਗਾ ਇਸ ਨਦੀ ਦਾ ਧਿਆਨ ਧਾਰ ਕੇ ਬਹਿ ਜਾ ਕਰ, ਇਹ ਨਦੀ ਮੇਰਾ ਹੀ ਰੂਪ ਹੈ। ਉਹ ਕਹਿੰਦਾ ਠੀਕ ਹੈ। ਹੁਣ ਉਹਨੂੰ ਕਹਿਣ ਲੱਗਾ, ਉਹਨੇ ਸੋਚਿਆ ਜੇ ਇਹ ਨਦੀ ਮੇਰਾ ਰੂਪ, ਮੇਰੇ ਗੁਰੂ ਦਾ ਰੂਪ ਹੈ, ਮੈਂ ਇਹਦੇ 'ਚ ਪੈਰ ਕਿਵੇਂ ਪਾਵਾਂ, ਮੈਂ ਇਹਦੇ 'ਚ ਕਿਵੇਂ ਨਹਾਵਾਂਗਾ, ਮੈਂ ਇਹਦੇ 'ਚ ਕੱਪੜੇ ਕਿਵੇਂ ਧੋਵਾਂ। ਉਹਨੇ ਕੀ ਕੀਤਾ, ਉਹਨੇ ਖੂਹ ਤੋਂ ਨਹਾਉਣਾ ਸ਼ੁਰੂ ਕਰਤਾ, ਕੱਪੜੇ ਧੋਣੇ ਸ਼ੁਰੂ ਕਰਤੇ। 2 ਕੁ ਦਿਨਾਂ ਬਾਅਦ ਬਾਕੀ ਚੇਲੇ ਆ ਗਏ, ਉਹਦਾ ਮਜ਼ਾਕ ਉਡਾਉਣ ਲੱਗ ਪਏ। ਕਹਿਣ ਲੱਗੇ ਇਹਦਾ ਦਿਮਾਗ ਖਰਾਬ ਹੋ ਗਿਆ, ਨਦੀ ਨੂੰ ਛੱਡ ਕੇ ਖੂਹ ਤੇ ਜਾ ਨਹਾਉਂਦਾ ਹੈ। ਉਹਨੇ ਅੰਦਰ ਦੀ ਗੱਲ ਨਹੀਂ ਕਿਸੇ ਨੂੰ ਦੱਸੀ ਜੀ। ਉਧਰੋਂ ਗੁਰੂ ਨੇ ਆਉਣਾ ਸੀ, ਉਹਨੇ ਵੀ ਨਦੀ ਪਾਰ ਕਰਨੀ ਸੀ। ਪਾਰਲੇ ਪਾਸੇ ਜਾ ਕੇ ਕਿਸੇ ਨੇ ਚੁੱਕਿਆ ਉਹਨੂੰ, ਗੁਰੂ ਨੂੰ। ਕਹਿਣ ਲੱਗਾ ਜਿਹੜਾ ਤੁਹਾਡਾ ਚੇਲਾ ਹੈ ਉਹ ਤੇ ਅੱਜ ਕੱਲ੍ਹ ਵੱਖਰੀ ਰੀਤ ਤੋਰੀ ਬੈਠਾ ਹੈ, ਖੂਹ ਤੋਂ ਨਹਾਉਂਦਾ ਹੈ, ਖੂਹ ਤੋਂ ਕਰਦਾ ਹੈ, ਅਸੀਂ ਤਾਂ ਨਦੀ ਦਾ ਪਾਣੀ ਵਰਤਦੇ ਸਾਰੇ, ਤੱਤ ਲਿਓ ਵਿੱਚੋਂ। ਗੁਰੂ ਨੇ ਕਿਹਾ ਅੱਛਾ ਉਹਨੂੰ ਪਰਖ ਲੈਂਦੇ। ਗੁਰੂ ਨੇ ਕਿਹਾ ਉਹਨੂੰ ਜਾ ਕੇ ਆਖੋ ਮੈਂ ਨੰਗੇ ਪਿੰਡੇ ਨਹਾ ਕੇ ਬੈਠਾ, ਮੇਰੇ ਲਈ ਕੱਪੜੇ ਲੈ ਕੇ ਆਵੇ। ਉਹ ਕਹਿੰਦਾ ਠੀਕ ਹੈ। ਚੇਲੇ ਦਾ ਗੁਰੂ ਨਾਲ ਬਹੁਤ ਪਿਆਰ ਸੀਗਾ। ਚੇਲਾ ਜਿਹੜਾ ਉਹ ਸੰਗਤ ਜੀ ਜਦੋਂ ਉਹਨੇ ਸੁਣਿਆ ਨਾ ਵੀ ਮੇਰਾ ਗੁਰੂ ਨੰਗੇ ਪਿੰਡੇ ਬੈਠਾ ਹੈ, ਹੁਣ ਨਦੀ ਤੋਂ ਪਾਰ ਜਾਣਾ, ਨਦੀ 'ਚ ਪੈਰ ਪਾਉਣਾ ਪੈਣਾ। ਗੱਜ ਕੇ ਆਖੋ ਵਾਹਿਗੁਰੂ। ਨਦੀ 'ਚ ਕੀ ਕਰਨਾ ਪੈਣਾ, ਪੈਰ ਪਾਉਣਾ ਪੈਣਾ। ਤੇ ਗੁਰੂ ਨੇ ਕਿਹਾ ਨਦੀ ਵੀ ਮੇਰਾ ਤਨ ਹੈ, ਮੈਂ ਕਿੱਧਰ ਜਾਵਾਂ। ਤੇ ਫਿਰ ਉਹਨੇ ਪਤਾ ਕੀ, ਉਹ ਬਹਿ ਗਿਆ ਵੀ ਹੁਣ ਮੈਂ ਕਰਾਂ ਕੀ। ਇੱਕ ਬੰਨੇ ਗੁਰੂ ਹੈ, ਇੱਕ ਬੰਨੇ ਗੁਰੂ ਦਾ ਬਚਨ ਹੈ, ਕਿਹਨੂੰ ਮੰਨਾਂ। ਗੁਰੂ ਨੰਗੇ ਪਿੰਡੇ ਪਾਰਲੇ ਪਾਸੇ ਬੈਠਾ ਹੈ, ਨਦੀ ਗੁਰੂ ਨੇ ਕਿਹਾ ਵੀ ਇਹ ਮੇਰਾ ਤਨ ਹੈ, ਮੈਂ ਇਹਦੇ 'ਚ ਪੈਰ ਨਹੀਂ ਪਾ ਸਕਦਾ, ਮੈਂ ਕੀ ਕਰਾਂ। ਉਹ ਥੋੜਾ ਜਿਹਾ ਜਦੋਂ ਬੈਰਾਗੀ ਹੋਇਆ ਨਾ, ਨਦੀ ਵਿੱਚੋਂ ਆਵਾਜ਼ ਆਈ, ਕਹਿਣ ਲੱਗੀ ਤੂੰ ਤੁਰ, ਪੈਰ ਰੱਖ ਮੇਰੇ ਤੇ, ਮੈਂ ਤੈਨੂੰ ਭਿੱਜਣ ਨਹੀਂ ਦਿਆਂਗੀ, ਛੇਤੀ ਕੱਪੜੇ ਲੈ ਕੇ ਜਾ, ਗੁਰੂ ਗੁਰੂ ਹੀ ਹੁੰਦਾ ਹੈ। ਉਹ ਤੁਰਿਆ ਜੀ। ਚੇਤਾ ਰੱਖਿਓ, ਜਿਹੜਾ ਆਪਣੇ ਗੁਰੂ ਤੇ ਭਰੋਸਾ ਰੱਖਦਾ ਹੈ, ਜਿਹੜਾ ਆਪਣੇ ਸਤਿਗੁਰੂ ਜੀ ਤੇ ਸ਼ਰਧਾ ਰੱਖਦਾ ਹੈ, ਉਹਦੇ ਵਿੱਚ ਬਹੁਤ ਕੁਝ ਆ ਜਾਂਦਾ ਜੀ। ਮਹਾਰਾਜ ਬਾਣੀ 'ਚ ਲਿਖਦੇ ਜੋ ਸਤਿਗੁਰ ਸੇਵ ਹੈ ਤੇ ਮਹਾਂਪੁਰਖ ਸੰਸਾਰੇ, ਉਹਨਾਂ ਦੀ ਸੋਭਾ ਬੜੀ ਵੱਡੀ ਹੁੰਦੀ ਹੈ ਜੀ। ਉਹ ਤੁਰਿਆ ਜੀ, ਪੈਰ ਨਹੀਂ ਭਿੱਜਿਆ। ਉਹਦੇ ਗੁਰੂ ਨੇ ਵੀ ਵੇਖਿਆ ਕਮਾਲ ਹੋ ਗਈ, ਇਹਨੇ ਮੇਰੇ ਬਚਨ ਤੇ ਇੰਨਾ ਭਰੋਸਾ ਰੱਖਿਆ। ਪਿਆਰਿਓ ਗੁਰੂ ਵੀ ਉਸ ਸਿੱਖ ਦੇ ਪੈਰਾਂ ਤੇ ਮੱਥਾ ਟੇਕਣ ਲੱਗ ਪਿਆ ਜੀ, ਵੀ ਤੂੰ ਧੰਨ ਹੈ ਕਹਿਣ ਲੱਗੇ। ਚੇਤਾ ਰੱਖਿਓ, ਸ਼ਰਧਾ ਵਾਲੇ ਪਿਆਰ ਵਾਲਿਆਂ ਦੇ ਬੇੜੇ ਬੰਨੇ ਹੁੰਦੇ ਨੇ। ਉਹਦਾ ਸਿੱਖਾਂ ਦੀ ਬੜੀ ਸ਼ਰਧਾ ਹੈ, ਉਹ ਐਵੇਂ ਨਹੀਂ ਗੱਲਾਂ ਕਰ ਰਹੇ, ਵਾਕਈ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਤੋਂ ਵੀ ਜੰਮ ਡਰਦੇ ਨੇ। ਗੱਜ ਕੇ ਆਖੋ ਵਾਹਿਗੁਰੂ। ਡਰਦੇ ਨੇ ਜੰਮ ਜੀ, ਸ਼ਰਧਾ ਵਾਲਿਆਂ ਵਾਸਤੇ। ਸਿੱਖ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਗੁਰੂ ਅਰਜਨ ਸਾਹਿਬ ਆਪ ਜੀ ਦੇ ਚਰਨਾਂ ਦੀ ਧੂੜੀ ਤੋਂ ਤੇ ਜੰਮ ਵੀ ਡਰਦੇ ਨੇ। ਹਾਂਜੀ, ਸੁਨ ਸ਼੍ਰੀ ਗੁਰੂ ਨਾਮ ਵਿਸ਼ੇਸ਼ਤ ਹੈ। ਮਹਾਰਾਜ ਗਰੀਬ ਨਵਾਜ ਸੁਣ ਕੇ ਪਤਾ ਕੀ ਕਹਿਣ ਲੱਗੇ ਗੁਰੂ ਅਰਜਨ ਸਾਹਿਬ। ਧਿਆਨ ਰੱਖਿਓ, ਸ੍ਰੀ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਸਿੱਖੋ, ਮੇਰੇ ਤੋਂ ਵੀ ਜੇ ਕੁਝ ਵੱਡਾ ਹੈ ਤੇ ਉਹ ਵਾਹਿਗੁਰੂ ਦਾ ਨਾਮ ਹੈ ਕਹਿਣ ਲੱਗੇ। ਕਵੀ ਸੰਤੋਖ ਸਿੰਘ ਲਿਖਦੇ, ਉਹ ਕਹਿੰਦੇ ਰੱਬ ਦੇ 2 ਰੂਪ ਨੇ ਨਾ, ਇੱਕ ਨਿਰਗੁਣ ਇੱਕ ਸਰਗੁਣ ਵਿਖਣ ਵਾਲਾ। ਕਹਿੰਦੇ ਨਾਗੁਣ ਤੇ ਪੁੰਨ ਸਾਗੁਣ ਤੇ ਗੁਰ ਕੇ ਮਤ, ਮੈਂ ਅਤ ਨਾਮ ਵੱਡੋ। ਨਿਰਗੁਣ ਤੇ ਸਰਗੁਣ 2 ਰੂਪ ਨੇ। ਜਿਹੜਾ ਨਿਰਗੁਣ ਦਿਸਦਾ ਨਹੀਂ, ਸਰਗੁਣ ਉਹ ਜਿਹੜਾ ਦਿਸਦਾ ਹੈ। ਕਹਿੰਦੇ ਸਰਗੁਣ ਗੁਰੂ ਕੋਲੋਂ ਪੁੱਛ ਕੇ ਵੇਖ ਲਓ, ਜਿਹਨੂੰ ਅਸੀਂ ਗੁਰੂ ਕਹਿ ਰਹੇ ਹਾਂ ਉਹ ਗੁਰੂ ਵੀ ਖੁਦ ਆਪਣੇ ਮੁਖੋਂ ਕਹੇਗਾ ਨਹੀਂ, ਨਾਮ ਮੇਰੇ ਤੋਂ ਵੀ ਵੱਡਾ ਹੈ।
ਸ੍ਰੀ ਗੁਰੂ ਅਰਜਨ ਸਾਹਿਬ ਸੁਣ ਕੇ ਕਹਿਣ ਲੱਗੇ, ਨਹੀਂ ਸਿੱਖੋ, ਵਾਹਿਗੁਰੂ ਦਾ ਨਾਮ ਬੜਾ ਵੱਡਾ, ਕਹਿਣ ਲੱਗੇ। ਹਾਂਜੀ, ਸਿੱਖ ਸੰਗਤ ਕੋ ਉਪਦੇਸ਼ਤ ਹੈ। ਮਹਾਰਾਜ ਗਰੀਬ ਨਵਾਜ ਸਿੱਖ ਸੰਗਤਾਂ ਨੂੰ ਉਪਦੇਸ਼ ਦੇਣ ਲੱਗ ਪਏ ਜੀ ਉੱਥੇ। ਇਹ ਮੰਤਰ ਮਹਾ ਸਤਨਾਮ ਆਹੈ। ਮਹਾਰਾਜ ਕਹਿਣ ਲੱਗੇ, ਸਿੱਖੋ, ਵਾਹਿਗੁਰੂ ਦਾ ਨਾਮ ਹੀ ਸ਼੍ਰੋਮਣੀ ਮੰਤਰ ਹੈ, ਨਾਮ ਤੋਂ ਉੱਤੇ ਕੁਝ ਵੀ ਨਹੀਂ ਹੈ। ਹਾਂਜੀ, ਨਿਜ ਜੀਹੀ ਜਪੈ ਜੋ ਅਰੋਗ ਚਹੈ। ਮਹਾਰਾਜ ਕਹਿਣ ਲੱਗੇ, ਜਿਹੜਾ ਅਰੋਗ ਰਹਿਣਾ ਚਾਹੁੰਦਾ ਹੈ ਨਾ, ਉਹ ਵਾਹਿਗੁਰੂ ਦਾ ਨਾਮ ਜਪੇ, ਆਪਣੇ ਮੁਖ ਤੋਂ ਜਪਿਆ ਕਰੇ, ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਗੱਲ ਨੂੰ ਭਾਈ ਵੀਰ ਸਿੰਘ ਜੀ ਲਿਖਦੇ, ਕਿਉਂ ਗੁਰਮੁਖ ਨੇ ਨਾ, ਉਹ ਕਹਿੰਦੇ, ਸਿੱਖੋ, ਜਦੋਂ ਗੁਰਮੰਤਰ ਦਾ ਅਭਿਆਸ ਕਰੋ, ਇੰਨੇ ਪਿਆਰ ਨਾਲ ਕਰਿਆ ਕਰੋ, ਨੇਤਰ ਬੰਦ ਕਰਕੇ, ਤੁਹਾਨੂੰ ਇਉਂ ਲੱਗੇ ਮੇਰੇ ਅੰਦਰ ਦਵਾਈ ਜਾ ਰਹੀ ਹੈ। ਜਦੋਂ ਇਸ ਤਰ੍ਹਾਂ ਮਹਿਸੂਸ ਕਰੋਗੇ, ਨਾਮ ਤੁਹਾਡੇ ਰੋਗ ਕੱਟ ਦੇਗਾ। ਕਹਿਣ ਲੱਗੇ, ਸਰਬ ਰੋਗ ਕਾ ਔਖਦ ਨਾਮ, ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਕਿਤੇ ਗੁਰਬਾਣੀ 'ਚ ਐਵੇਂ ਹੀ ਬਚਨ ਲਿਖ ਦਿੱਤੇ ਮਹਾਰਾਜ ਨੇ? ਨਹੀਂ ਸਾਧ ਸੰਗਤ ਜੀ, ਸਾਰੇ ਦੁੱਖਾਂ ਦਾ, ਰੋਗਾਂ ਦਾ ਨਾਮ ਇਲਾਜ ਕਰਦਾ ਹੈ। ਸਾਡਾ ਭਰੋਸਾ ਨਹੀਂ ਵੱਜਦਾ ਜੀ। ਮਹਾਰਾਜ ਕਹਿਣ ਲੱਗੇ, ਜਿਹੜਾ ਅਰੋਗ ਰਹਿਣਾ ਚਾਹੁੰਦਾ ਹੈ ਨਾ, ਉਹ ਇਹ ਜਪਿਆ ਕਰੇ। ਹਾਂਜੀ, ਤਨ ਤਾਪ ਕਹਾਂ ਇਸ ਤੇ ਜੋ ਰਹੈ। ਮਹਾਰਾਜ ਕਹਿਣ ਲੱਗੇ, ਬੁਖਾਰ ਕੀ ਚੀਜ਼ ਹੈਗੀ ਹੈ? ਕਹਿਣ ਲੱਗੇ, ਜਿਹੜਾ ਨਾਮ ਦੇ ਅੱਗੇ ਅੜ ਜਾਵੇ। ਕਹਿਣ ਲੱਗੇ, ਹਾਂਜੀ, ਜਗ ਤੀਨੋਂ ਤਾਪ ਨਿਖਾਪਦ ਹੈ। ਜਗਤ ਤਿੰਨਾਂ ਤਾਪਾਂ ਵਿੱਚ ਖਪਦਾ ਫਿਰਦਾ, ਆਦ ਵਿਆਦ ਤੇ ਉਪਾਦ। ਨਾਮ ਤਿੰਨਾਂ ਨੂੰ ਹੀ ਦੂਰ ਕਰ ਦਿੰਦਾ ਹੈ ਜੀ। ਸਿਮਰਨ ਵਿੱਚ ਇੰਨੀ ਵੱਡੀ ਬਰਕਤ ਹੈ। ਮਹਾਰਾਜ ਕਹਿਣ ਲੱਗੇ, ਹਾਂਜੀ, ਮੁਖ ਧਨ ਜਪੈ ਸਤਨਾਮ ਸਦਾ। ਗੁਰੂ ਅਰਜਨ ਸਾਹਿਬ ਆਪਣੇ ਮੁਖੋਂ ਕਹਿੰਦੇ, ਸਿੱਖੋ ਮੇਰੇ ਪਿਆਰਿਓ, ਉਹ ਮੁਖ ਧਨ ਹੈ ਜਿਹੜਾ ਆਪਣੇ ਮੁਖ ਤੋਂ ਨਾਮ ਜਪਦਾ ਹੈ। ਜਿਹੜੀ ਜੀਭ ਨਾਮ ਜਪਦੀ ਹੈ, ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ। ਮਹਾਰਾਜ ਕਹਿੰਦੇ, ਮੇਰੀ ਜਿੰਦੇ, ਉਹ ਜੀਵ ਧੰਤਾ ਜੋਗ ਹੈ ਜਿਹੜੀ ਵਾਹਿਗੁਰੂ ਦੇ ਗੁਣ ਗਾਉਂਦੀ ਹੈ। ਇੱਕ ਵਾਰੀ ਆਪਣੀ ਜੀਵ ਨੂੰ ਕਹੋ, ਹਾਂ ਜਪੇ ਨਾਮ, ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਆ, ਮੁਖ ਧਨ ਜਪੈ ਸਤਨਾਮ ਸਦਾ। ਜਿਹੜੀ ਸਦਾ ਹੀ ਨਾਮ ਜਪਦਾ ਰਹਿੰਦਾ ਹੈ ਨਾ, ਉਹ ਮੁਖ ਧਨ ਹੈ। ਹੁਣ ਸਾਡਾ 2 ਮਿੰਟ ਜਪ ਕੇ 5 ਮਿੰਟ ਚੁਗਲੀ ਕਰ ਦਿੰਦਾ ਹੈ, ਨਿੰਦਿਆ ਵੀ ਕਰਦਾ ਹੈ, ਝੂਠ ਵੀ ਬੋਲਦਾ, ਉਹ ਥੋੜੀ ਗੱਲ ਬਣਦੀ ਹੈ। ਜਿਹੜਾ ਮੁਖ ਸਦਾ ਐਸਾ ਨਾਮ ਜਪਦਾ ਹੈ, ਉਹ ਮੁਖ ਧਨ ਹੈਗਾ ਜੀ। ਹਾਂਜੀ, ਕਿਹ ਸੰਕਟ ਹੋਣ ਨਾ ਦੇਤ ਕਦਾ। ਐਸਾ ਨਾਮ ਫਿਰ ਬੰਦੇ ਨੂੰ ਸੰਕਟ ਵਿੱਚ ਨਹੀਂ ਆਉਣ ਦਿੰਦਾ। ਕਹਿਣ ਲੱਗੇ, ਕਦੀ ਵੀ ਉਹਨੂੰ ਸੰਕਟ ਨਹੀਂ ਪਾਉਂਦਾ। ਵੱਡ ਭਾਗ ਭਰੇ ਲਿਵ ਲਾਗਤ ਹੈ। ਪਰ ਸੰਗਤ ਜੀ, ਨਾਮ 'ਚ ਕਿਹਦੀ ਲਿਵ ਲੱਗਦੀ ਹੈ? ਹਰ ਇੱਕ ਦੀ ਲੱਗ ਜਾਂਦੀ ਹੈ। ਨਾਮ ਇੰਨਾ ਹੀ ਕਿਤੇ ਸਸਤਾ ਬਣਿਆ ਪਿਆ? ਨਹੀਂ ਸਾਧ ਸੰਗਤ ਜੀ, ਨਾਮ 'ਚ ਉਹਦੀ ਲਿਵ ਲੱਗਦੀ ਹੈ ਜਿਹਦੇ ਵੱਡੇ ਭਾਗ ਹੁੰਦੇ ਹੈ। ਮੈਂ ਅੱਗੇ ਵੀ ਇੱਕ ਦਿਨ ਆਪ ਜੀ ਨੂੰ ਬਚਨ ਸੁਣਾਇਆ ਸੀਗਾ। ਇੱਥੇ ਸਿੰਘ ਆਇਆ, ਸੰਥਿਆ ਕਰਦਾ ਹੁੰਦਾ ਸੀ, ਕੰਮਕਾਰ ਦੀ ਤਲਾਸ਼ 'ਚ ਸੀ। ਚਲੋ ਆ ਕੇ ਕਹਿੰਦਾ ਜੀ ਕੋਈ ਕੰਮਕਾਰ ਹੀ ਲੈ ਦਿਓ। ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ। 4-5 ਦਿਨ ਹੋ ਗਏ ਗੱਲ ਕਰਦੇ ਆ, ਹਾਂਜੀ, ਤੇ ਫਿਰ ਨਾ ਉਹਨੇ ਬਾਲੀ ਹੋਰ ਹੀ ਗੱਲ ਕਰ ਦਿੱਤੀ ਜੀ। ਕਹਿੰਦਾ ਜੇ ਕੁਝ ਵੀ ਨਹੀਂ ਦੇਣਾ ਨਾ, ਫਿਰ ਨਾਮ ਦੀ ਦਾਤ ਹੀ ਦੇ ਦਿਓ। ਆਖੋ ਵਾਹਿਗੁਰੂ। ਮੈਂ ਕਿਹਾ ਪਹਿਲੀ ਗੱਲ, ਅਸੀਂ ਗਰੀਬ ਬੰਦੇ ਹੈਗੇ ਆ, ਗੁਰੂ ਸਾਹਿਬ ਕੋ ਮੰਗੋ। ਦੂਜੀ ਗੱਲ ਵੀ ਤੂੰ ਨਾਮ ਦੀ ਦਾਤ ਨੌਕਰੀ ਤੋਂ ਵੀ ਸਸਤੀ ਸਮਝੀ ਹੈ, ਕਾਰੋਬਾਰ ਤੋਂ ਵੀ ਸਸਤੀ ਨਾਮ ਦੀ ਦਾਤ ਸਮਝੀ ਹੈ। ਮਹਾਰਾਜ ਗਰੀਬ ਨਵਾਜ ਕਹਿੰਦੇ, ਵੱਡ ਭਾਗ ਭਰੇ ਲਿਵ ਲਾਵਤ ਹੈ। ਜਿਨ੍ਹਾਂ ਦੇ ਵੱਡੇ ਭਾਗ ਹੋਣ ਨਾ, ਉਹਨਾਂ ਦੀ ਨਾਮ ਵਿੱਚ ਲਿਵ ਲੱਗ ਜਾਂਦੀ ਹੈ ਜੀ, ਲਿਵ ਲੱਗ ਜਾਂਦੀ ਹੈ। ਹਾਂਜੀ, ਦੁੱਖ ਲੋਕ ਪਰਲੋਕ ਨਸਾਵਤ ਹੈ। ਸਿੱਖੋ, ਅਸੀਂ ਨਹੀਂ ਵੱਡੇ, ਵਾਹਿਗੁਰੂ ਦਾ ਨਾਮ ਵੱਡਾ ਹੈ, ਜਿਹੜਾ ਲੋਕ ਪਰਲੋਕ ਦੇ ਦੁੱਖਾਂ ਤੋਂ ਬੰਦੇ ਦਾ ਛੁਟਕਾਰਾ ਕਰਾ ਦਿੰਦਾ ਹੈ।
ਕਹਿ ਸਿੱਖਿਨ ਸਾਥ ਬਿਕਾਰ ਤਜੋ ਹਾਂਜੀ। ਸਤਨਾਮ ਭਜੋ ਸਤਨਾਮ ਭਜੋ। ਮਹਾਰਾਜ ਕਹਿੰਦੇ ਮੇਰੇ ਪਿਆਰਿਓ ਸਭ ਵਿਕਾਰ ਛੱਡੋ, ਵਾਹਿਗੁਰੂ ਦਾ ਭਜਨ ਕਰੋ। ਕਹਿਣ ਲੱਗੇ ਭਜਨ ਕਰੋ। ਦੋਹਰਾ ਇਮ ਕਹੈ ਸ਼੍ਰੀ ਅਰਜਨ ਗੁਰੂ ਸ਼ਬਦ ਬਨਾਵਨ ਕੀਨ। ਜਦੋਂ ਬਾਲਕ ਹਰਗੋਬਿੰਦ ਜੀ ਦੇ ਤਨ ਤੋਂ ਐ ਤਾਪ ਦੂਰ ਹੋ ਗਿਆ ਨਾ, ਫਿਰ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਿਆ। ਸਤਿਗੁਰ ਅਰ ਸਤਨਾਮ ਕੀ ਮਹਿਮਾ ਜਿਨ ਮਹਿ ਪੀਨ। ਕਹਿਣ ਲੱਗੇ ਦੋ ਸ਼ਬਦ ਦੱਸਦੇ ਆ, ਕਹਿੰਦੇ ਆ ਇੱਕ ਵਿੱਚ ਗੁਰੂ ਸਾਹਿਬ ਜੀ ਦੀ ਮਹਿਮਾ ਹੈ, ਇੱਕ ਵਿੱਚ ਨਾਮ ਦੀ ਮਹਿਮਾ ਹੈ। ਹਾਂਜੀ। ਸੋਰਠ ਮਹੱਲਾ ਪੰਜਵਾ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਿਰੋਆ ਰਹਾਉ। ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ। ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੈ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਇਹ ਸ਼ਬਦ ਮਹਾਰਾਜ ਨੇ ਉਚਾਰਿਆ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਕਹਿੰਦੇ ਮਹਾਰਾਜ? ਮਹਾਰਾਜ ਕਹਿੰਦੇ ਸਿੱਖੋ ਸਾਡੇ ਤੇ ਗੁਰੂ ਨਾਨਕ ਸਾਹਿਬ ਰਾਖੇ ਹਨ। ਕਹਿਣ ਲੱਗੇ ਉਹ ਸਾਡੀ ਰਾਖੀ ਕਰਦੇ ਆ। ਆਓ ਸ਼ਬਦ ਦੀ ਪਹਿਲੀ ਪੰਕਤੀ ਪੜ੍ਹ ਲਈਏ। ਮੇਰਾ ਸਤਿਗੁਰ ਰਖਵਾਲਾ ਹੋਆ, ਸਤਿਗੁਰ ਰਖਵਾਲਾ ਹੋਆ। ਮੇਰਾ ਸਤਿਗੁਰ ਰਖਵਾਲਾ ਹੋਆ। ਮੇਰਾ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ। ਹਰ ਗੋਬਿੰਦ ਨਵਾਂ ਨਿਰੋਆ। ਕਹਿਣ ਲੱਗੇ ਵੇਖੋ ਗੁਰੂ ਸਾਹਿਬ ਨੇ ਰਾਖੀ ਕੀਤੀ, ਸਾਡਾ ਪੁੱਤਰ ਨਵਾਂ ਨਿਰੋਆ ਹੋ ਗਿਆ। ਕਹਿਣ ਲੱਗੇ ਇੱਕ ਇਹ ਸ਼ਬਦ ਉਚਾਰਿਆ। ਹਾਂਜੀ। ਸੋਰਠ ਮਹੱਲਾ ਪੰਜਵਾ। ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ। ਬੇਦਨ ਸਤਿਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ। ਹਰ ਹਰ ਨਾਮ ਧਿਆਈ ਰਹਾਉ। ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਾ ਸੰਤਾ ਦੇਵਹਿ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੋ ਭਾਖਿਆ। ਜੋ ਮੰਗਹਿ ਸੋ ਲੇਵਹਿ, ਪ੍ਰਭ ਆਪਣਿਆਂ ਭਗਤਾਂ ਦੇਵਹਿ। ਪ੍ਰਭ ਆਪਣਿਆਂ ਸੰਤਾਂ ਦੇਵਹਿ। ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੋ ਭਾਖਿਆ। ਇਹ ਸ਼ਬਦ ਵੀ ਮਹਾਰਾਜ ਨੇ ਖੁਸ਼ੀ ਵਿੱਚ ਉਚਾਰਿਆ ਜੀ, ਸੰਗਤ ਵਿੱਚ ਜੀ। ਫਿਰ ਇੱਕ ਹੋਰ ਸ਼ਬਦ ਮਹਾਰਾਜ ਨੇ ਉਚਾਰਿਆ ਜੀ। ਹਾਂਜੀ। ਸੋਰਠ ਮਹੱਲਾ ਪੰਜਵਾ। ਠਾੜ ਪਾਈ ਕਰ ਤਾਰੇ, ਤਾਪ ਛੋੜ ਗਿਆ ਪਰਵਾਰੇ। ਗੁਰ ਪੂਰੈ ਹੈ ਰਾਖੀ, ਸ਼ਰਨ ਸੱਚੇ ਕੀ ਤਾਕੀ। ਪਰਮੇਸ਼ਰ ਆਪ ਹੋਆ ਰਖਵਾਲਾ, ਸਾਂਤ ਸਹਿਜ ਸੁਖ ਖਿਨ ਮੈਂ ਉਪਜੈ। ਮਨ ਹੋਆ ਸਦਾ ਸੁਖਾਲਾ ਰਹਾਉ। ਹਰ ਹਰ ਨਾਮ ਦੀਓ ਦਾਰੂ, ਤਿਨ ਸਗਲਾ ਰੋਗ ਬਿਦਾਰੂ। ਆਪਣੀ ਕਿਰਪਾ ਧਾਰੀ, ਤਿਨ ਸਗਲੀ ਬਾਤ ਸਵਾਰੀ। ਪ੍ਰਭ ਆਪਣਾ ਬਿਰਦ ਸਮਾਰਿਆ, ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਗੁਰ ਕਾ ਸ਼ਬਦ ਭਇਓ ਸਾਖੀ, ਤਿਨ ਸਗਲੀ ਲਾਜ ਰਾਖੀ। ਬੋਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ। ਜਪ ਨਾਨਕ ਨਾਮ ਸਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਇਹ ਸ਼ਬਦ ਵੀ ਮਹਾਰਾਜ ਨੇ ਉਚਾਰਿਆ ਜੀ। ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰਾਜੀ ਖੁਸ਼ੀ ਹੋਣ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਇਆ ਇਹ ਸ਼ਬਦ ਉਚਾਰਿਆ ਜੀ। ਚੇਤਾ ਰੱਖਿਓ, ਜਿਹਦਾ ਸ਼ੁਕਰਾਨਾ ਨਾ ਕਰੀਏ, ਜਿਹੜਾ ਸ਼ੁਕਰਾਨਾ ਨਾ ਬੰਦਾ ਕਰਦਾ ਹੋਵੇ ਉਹਨੂੰ ਲੋਕ ਅਕਿਰਤ ਘਣ ਕਹਿੰਦੇ ਆ ਜੀ। ਕਹਿੰਦੇ ਕੀਤਾ ਨਹੀਂ ਜਾਣਦਾ। ਕਿੱਡੀ ਵੱਡੀ ਗੱਲ ਹੈ। ਅਰਦਾਸ ਕਰਨ ਬਾਰੇ ਵੀ ਮਹਾਰਾਜ ਦੱਸਦੇ, ਸ਼ੁਕਰਾਨੇ ਬਾਰੇ ਵੀ ਦੱਸਦੇ। ਸ਼ੁਕਰਾਨਾ ਕਰਨਾ ਕਿੰਨਾ ਜ਼ਰੂਰੀ ਹੈ ਜੀ। ਇੱਕ ਗੁਰਮੁਖ ਕਹਿੰਦੇ ਮੈਨੂੰ ਜੋ ਮਿਲਿਆ ਵਾਹਿਗੁਰੂ ਦਾ ਸ਼ੁਕਰਾਨਾ ਕਰ ਕਰ ਹੀ ਮਿਲਿਆ। ਕਹਿਣ ਲੱਗੇ ਕੋਈ ਗੱਲ ਹੋਵੇ ਵਾਹਿਗੁਰੂ ਤੇਰਾ ਸ਼ੁਕਰ ਹੈ, ਸ਼ੁਕਰਾਨਾ ਕਰ ਕਰ ਹੀ ਮਿਲਿਆ। ਕਹਿਣ ਲੱਗੇ ਸ਼ੁਕਰਾਨੇ ਵਿੱਚ ਮਹਾਰਾਜ ਨੇ ਸ਼ਬਦ ਉਚਾਰਿਆ ਜੀ। ਤੇ ਇਸ ਸ਼ਬਦ ਦੀ ਵੀ ਇੱਕ ਪੰਕਤੀ ਪੜ੍ਹਦੀ ਹੈ ਜੀ। ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ। ਜਪੋ ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ। ਹੁਣ ਤੱਕ ਸਾਡੀ ਵਾਹਿਗੁਰੂ ਜੀ ਕਿੰਨੀ ਥਾਂ ਤੇ ਰਾਖੀ ਕਰਦੇ ਜੀ। ਹਾਂਜੀ, ਉਹ ਵੀ ਸਭ ਕੁਝ ਚੇਤਾ ਕਰਕੇ ਹੱਥ ਜੋੜ ਕੇ ਆਖੋ ਜੀ। ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਪਰਮੇਸ਼ਰ ਆਪ ਹੋਆ ਰਖਵਾਲਾ। ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ, ਮਨ ਹੋਆ ਸਦਾ ਸੁਖਾਲਾ। ਸ਼ੁਕਰਾਨੇ ਵਿੱਚ ਮਹਾਰਾਜ ਨੇ ਇਹ ਸ਼ਬਦ ਉਚਾਰੇ ਜੀ। ਦੋਹਰਾ ਇਤਿਆਦਿਕ ਬਹੁ ਸ਼ਬਦ ਸ਼ੁਭ, ਕਰੇ ਅਪਰਗਤ ਦਾਏ। ਕਲਿਆਣ ਕਰਨ ਵਾਲੇ, ਸ਼ੁਭ ਗਤੀ ਦੇਣ ਵਾਲੇ ਸ਼ਬਦ ਮਹਾਰਾਜ ਨੇ ਉਚਾਰੇ। ਰਾਗ ਬਿਲਾਵਲ ਆਦ ਜੇ, ਦੀਏ ਗ੍ਰੰਥ ਮਹਿ ਪਾਏ। ਕਹਿਣ ਲੱਗੇ ਬਿਲਾਵਲ ਰਾਗ ਤੇ ਵੀ ਕੁਝ ਸ਼ਬਦ ਨੇ, ਕਹਿਣ ਲੱਗੇ ਜਿਹੜੇ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹੋਏ ਨੇ। ਜੋ ਜਿਸ ਸੰਕਟ ਪਰ ਕਹਿਓ, ਪੜ੍ਹੈ ਜੇ ਸਿੱਖ ਮਨ ਲਾਏ। ਕਹਿਣ ਲੱਗੇ ਨਾ ਸ਼ਬਦਾਂ ਵਿੱਚ ਵੀ ਬੜੀ ਤਾਕਤ ਤੇ ਕਵੀ ਸੰਤੋਖ ਸਿੰਘ ਦੱਸਦੇ। ਹੁਣ ਇਹ ਨਾ ਸਮਝ ਲਿਓ ਵੀ ਸ਼ਬਦ ਦੇਣ ਵਾਲੇ ਆ ਗਏ ਆ, ਨਹੀਂ ਸਾਧ ਸੰਗਤ ਜੀ। ਜਿਸ ਸੰਬੰਧ ਵਿੱਚ ਸਤਿਗੁਰੂ ਜੀ ਨੇ ਬਾਣੀ ਉਚਾਰੀ ਹੋਵੇ ਨਾ, ਜੇ ਕਿਤੇ ਉਹੋ ਜਿਹਾ ਸਮਾਂ ਆ ਬਣੇ, ਉਸ ਸੰਬੰਧ ਵਿੱਚ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਪੜੇ ਤੇ ਗੁਰਬਾਣੀ ਦੀ ਕਿਰਪਾ ਅੱਜ ਵੀ ਵਰਤਦੀ ਹੈ ਜੀ। ਜੋ ਜਿਸ ਸੰਕਟ ਪਰ ਕਹਿਓ, ਪੜ੍ਹੇ ਜੇ ਸਿੱਖ ਮਨ ਲਾਏ। ਕਹਿੰਦੇ ਜਿਸ ਜਿਸ ਸਮੇਂ ਸੰਕਟ ਵਿੱਚ ਮਹਾਰਾਜ ਨੇ ਜਿਹੋ ਜਿਹੇ ਸ਼ਬਦ ਉਚਾਰੇ ਆ, ਜੇ ਕਿਸੇ ਸਿੱਖ ਨੂੰ ਸੰਕਟ ਪਵੇ ਉਹ ਇਹ ਸ਼ਬਦ ਮਨ ਲਾ ਕੇ ਪੜੇ ਜੀ। ਉਤੋਂ ਉਤੋਂ ਨਾ ਪੜੇ, ਮਨ ਲਾ ਕੇ ਇਹ ਸ਼ਬਦ ਪੜੇ। ਸ਼ਰਧਾ ਤੇ ਦੁੱਖ ਖੈ ਕਰਹਿ, ਇਹੀ ਮਨੋਰਥ ਗਾਏ। ਤੇ ਫਿਰ ਸ਼ਰਧਾ ਰੱਖ ਕੇ ਪੜੇ ਤੇ ਗਾਇਨ ਕਰੇ, ਉਹਦੇ ਦੁੱਖ ਖੈ ਹੋ ਜਾਣਗੇ ਜੀ। ਖੈ ਦਾ ਅਰਥ ਹੈ ਨਾਸ ਹੋ ਜਾਣਗੇ ਜੀ। ਹਾਂਜੀ, ਬੜੇ ਸਰਲ ਸ਼ਬਦ ਨੇ ਜੀ। ਹਾਂਜੀ, ਸੋਰਠ ਮਹੱਲਾ ਪੰਜਵਾਂ, ਮੇਰਾ ਸਤਿਗੁਰ ਰਖਵਾਲਾ ਹੋਆ। ਵੇਖੋ ਸੌਖੀ ਸਮਝ ਆ ਜਾਂਦੀ ਜੀ, ਕੋਈ ਔਖਾ ਥੋੜੀ ਹੈਗਾ ਜੀ ਸਮਝਣਾ ਜੀ। ਮੇਰਾ ਸਤਿਗੁਰ ਰਖਵਾਲਾ ਹੋਆ,
ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਿਰਵਾ ਰਹਾਓ। ਤਾਪ ਗਿਆ ਪ੍ਰਭ ਆਪ ਬਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਰਾਖੀ ਹੋਏਗੀ ਨਾ ਜੀ, ਰਾਖੀ ਹੋਣੀ, ਪਰਮੇਸ਼ਰ ਆਪ ਹੋਆ ਰਖਵਾਲਾ। ਹਾਂਜੀ। ਸਰਬ ਇਹਾਂ ਹਮ ਨਹਿ ਲਿਖੇ, ਅਰਥ ਪ੍ਰਗਟ ਤਿਨ ਕੇਰ। ਕਵੀ ਸੰਤੋਖ ਸਿੰਘ ਕਹਿੰਦੇ ਵੀ ਸ਼ਬਦ ਤੇ ਮਹਾਰਾਜ ਨੇ ਸੀ ਹੋਰ ਵੀ ਉਚਾਰੇ, ਪਰ ਮੈਂ ਸਾਰੇ ਨਹੀਂ ਇੱਥੇ ਲਿਖੇ। ਸ਼੍ਰੀ ਗ੍ਰੰਥ ਸਾਹਿਬ ਪੜ੍ਹੇ, ਜਾਣੇ ਜਾਹੇ ਕਨੇਰ। ਕਹਿਣ ਲੱਗੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਦੇ ਆ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ, ਉਹਨਾਂ ਨੂੰ ਪਤਾ ਹੈ ਬਿਲਾਵਲ ਰਾਗ ਵਿੱਚ ਵੀ ਐਸੇ ਸ਼ਬਦ ਆਉਂਦੇ ਆ, ਸੋਰਠ ਰਾਗ ਵਿੱਚ ਵੀ ਆਉਂਦੇ ਆ, ਘਨੇਰੇ ਸ਼ਬਦ ਹਨ, ਚੰਗੀ ਤਰ੍ਹਾਂ ਉਹ ਇਹ ਗੱਲ ਜਾਣਦੇ ਆ। ਸੋ ਇਹਦੇ ਤੋਂ ਅੱਗੇ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਾਧ ਸੰਗਤ ਜੀ, ਗੁਰਬਾਣੀ ਗਤਦਾਇਕ ਹੈ। ਗੁਰਬਾਣੀ ਤਿੰਨਾਂ ਕਾਲਾਂ 'ਚ ਬੰਦੇ ਦਾ ਭਲਾ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਕਵੀ ਸੰਤੋਖ ਸਿੰਘ ਕਹਿੰਦੇ ਆ, ਸਿੱਖੋ ਇਹ ਸ਼ਬਦ ਯਾਦ ਕਰਕੇ ਇਹਨਾਂ ਸ਼ਬਦਾਂ ਨੂੰ ਪੜ੍ਹਿਆ ਕਰੋ ਜੀ। ਉਹ ਇੱਕ ਦਿਨ ਇੱਕ ਹੋਰ ਗੁਰਮੁਖ ਪਿਆਰੇ ਕਹਿ ਰਹੇ, ਕਹਿੰਦੇ ਹੁਣ ਕਹੀਏ ਕਿ ਲੋਕੀ ਉਸੇ ਵੇਲੇ ਤਵਾ ਲਾਉਣ ਲੱਗ ਪੈਂਦੇ ਆ ਕਿ ਵੇਖੋ ਜੀ ਇਹ ਸ਼ਬਦ ਦੇਣ ਲੱਗ ਪਏ ਆ। ਨਹੀਂ ਕਹਿਣ ਲੱਗੇ। ਕਹਿੰਦੇ ਜਿਹਨੂੰ ਕਾਮ ਕ੍ਰੋਧ ਲੋਭ ਮੋਹ ਬਹੁਤ ਤੰਗ ਕਰਦਾ ਹੋਵੇ, ਕਹਿੰਦੇ ਉਹ ਮਹਾਰਾਜ ਅੱਗੇ ਅਰਦਾਸ ਕਰੇ ਸ਼ਬਦ ਪੜ੍ਹ ਕੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ। ਕਹਿੰਦੇ ਉਹ ਇਹ ਸ਼ਬਦ ਪੜ੍ਹ ਕੇ ਬੇਨਤੀ ਕਰੇ, ਗੁਰਬਾਣੀ ਰਾਹੀਂ ਬੇਨਤੀ ਕਰੇ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਆਓ ਪੰਕਤੀ ਪੜ੍ਹ ਲਈਏ, ਫਿਰ ਦਾਸ ਖਿਮਾ ਮੰਗੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ। ਗੱਜ ਕੇ ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ। ਜਿਹੜਾ ਇਹ ਸ਼ਬਦ ਪੜ੍ਹੇਗਾ, ਵਾਹਿਗੁਰੂ ਕਿਉਂ ਨਹੀਂ ਉਹਦਾ ਰਾਖਾ ਹੋਊ ਜੀ, ਕਿਉਂ ਨਹੀਂ ਉਹਦੀ ਰਾਖੀ ਹੋਏਗੀ ਜੀ, ਉਹਦੀ ਰਾਖੀ ਹੋਏਗੀ। ਦੇਖੋ ਪੁਰਾਣੇ ਗੁਰਸਿੱਖ ਇਹ ਸ਼ਬਦ ਯਾਦ ਰੱਖਦੇ ਸਨ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ। ਪੁਰਾਤਨ ਗੁਰਸਿੱਖ ਇਹ ਸ਼ਬਦ ਪੜ੍ਹਦੇ ਰਹਿੰਦੇ ਸਨ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪੁਰਾਤਨ ਸਿੱਖ ਪੜ੍ਹਦੇ ਹੁੰਦੇ ਸਨ। ਧਨਾਸਰੀ ਮਹੱਲਾ ਪੰਜਵਾ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਗੁਰਸਿੱਖਾਂ ਨੂੰ ਬਾਣੀ ਕੰਠ ਸੀ, ਉਹ ਇਹ ਸ਼ਬਦ ਪੜ੍ਹਦੇ ਰਹਿੰਦੇ ਸਨ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਆਓ ਇੱਕ ਵਾਰੀ ਫਿਰ ਪੰਕਤੀ ਪੜ੍ਹ ਲਈਏ, ਖਿਮਾ ਮੰਗੀਏ। ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ, ਪਰਮੇਸ਼ਰ ਆਪ ਹੋਆ ਰਖਵਾਲਾ,
ਪਰਮੇਸ਼ਰ ਆਪ ਹੋਆ ਰਖਵਾਲਾ। ਪਰਮੇਸ਼ਰ ਆਪ ਹੋਆ ਰਖਵਾਲਾ। ਪਰਮੇਸ਼ਰ ਆਪ ਹੋਆ ਰਖਵਾਲਾ। ਸਤਿਗੁਰੂ ਦੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰ